ਸੰਗਤਾਂ ਰੋਜ਼ਾਨਾ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀ ਲੜੀਵਾਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਪਿਛਲੇ ਦੀਵਾਨਾਂ ਦੇ ਅੰਦਰ ਆਪ ਸੰਗਤ ਨੇ ਇੱਥੋਂ ਤੱਕ ਇਤਿਹਾਸ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਰਵਣ ਕੀਤਾ ਸੀ ਕਿ ਮਲਕ ਪਾਤਸ਼ਾਹ ਨੇ ਕਾਰੂ ਬਾਦਸ਼ਾਹ ਦੀਆਂ ਸਾਰੀਆਂ ਜਿਹੜੀਆਂ ਨੀਤੀਆਂ ਸਨ ਉਹ ਉਹਦੇ ਪਹਿਰੇਦਾਰਾਂ ਦੇ ਕੋਲੋਂ ਸੁਣੀਆਂ। ਇੱਥੋਂ ਤੱਕ ਕਿ ਉਹਨੇ ਕਿਵੇਂ ਮੁਰਦਿਆਂ ਦੇ ਮੂੰਹ ਦੇ ਵਿੱਚ ਪਾਏ ਹੋਏ ਸਿੱਕੇ ਜਿਹੜੇ ਨੇ ਉਹ ਵੀ ਕਬਰਾਂ ਪਟਵਾ ਕੇ ਬਾਹਰ ਕਢਵਾ ਲਏ। ਉਹ ਸਾਰੀ ਦੀ ਸਾਰੀ ਵਾਰਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਦਰਬਾਰੀਆਂ ਦੇ ਕੋਲੋਂ ਉਹਦੇ ਪਹਿਰੇਦਾਰਾਂ ਕੋਲੋਂ ਸੁਣੀਆਂ। ਉਹ ਤੋਂ ਬਾਅਦ ਵਿੱਚ ਕਾਰੂ ਬਾਦਸ਼ਾਹ ਜਿਹੜਾ ਸਤਿਗੁਰੂ ਜੀ ਉਹਨੂੰ ਉਪਦੇਸ਼ ਦੇਣ ਵਾਸਤੇ ਕੁਝ ਠਿਕਰੀਆਂ ਜਿਹੜੀਆਂ ਉਹ ਇਕੱਠੀਆਂ ਕਰਦੇ ਨੇ ਤੇ ਬਾਦਸ਼ਾਹ ਜਿਹੜਾ ਬੜਾ ਹੈਰਾਨ ਹੁੰਦਾ ਤੇ ਆਖਦਾ ਵੀ ਤੁਸੀਂ ਇਹ ਕਿਉਂ ਇਕੱਠੀਆਂ ਕਰ ਰਹੇ ਹੋ, ਕਿਸ ਸਲਾਹੀ ਦੀਆਂ। ਤੇ ਗੁਰੂ ਨਾਨਕ ਸਾਹਿਬ ਜੀ ਉਸੇ ਦੀ ਬਾਤ ਉੱਤੇ ਤਰਕ ਕਰਦੇ ਆਖਦੇ ਵੀ ਜਿਹੜੀਆਂ ਤੂੰ ਠਿਕਰੀਆਂ ਇਕੱਠੀਆਂ ਕੀਤੀਆਂ ਨੇ ਉਹ ਕਿਸ ਸਲਾਹੀ ਦੀਆਂ। ਮਲਕ ਪਾਤਸ਼ਾਹ ਜੀ ਦੇ ਤਰਕ ਉੱਤੇ ਗੌਰ ਕਰਦਾ, ਗੁਰੂ ਸਾਹਿਬ ਅੱਗੇ ਹੱਥ ਜੋੜ ਰਜ਼ੋਈ ਕਰਦਾ ਤੇ ਮਲਕ ਜੀ ਕੋਲੋਂ ਉਪਦੇਸ਼ ਮੰਗਦਾ। ਸਤਿਗੁਰੂ ਜੀ ਉਹਨੂੰ ਉਪਦੇਸ਼ ਦਿੰਦਿਆਂ ਗਰੀਬ ਦੀ ਮਦਦ ਕਰਨ ਵਾਸਤੇ, ਲੋੜਵੰਦਾਂ ਦੀਆਂ ਸਹਾਇਤਾ ਕਰਨ ਵਾਸਤੇ ਔਰ ਪਾਪਾਂ ਨੂੰ ਤਿਆਗਣ ਦੇ ਵਾਸਤੇ, ਔਗਣਾਂ ਨੂੰ ਤਿਆਗਣ ਦੇ ਵਾਸਤੇ ਸਤਿਗੁਰੂ ਜੀ ਉਹਨੂੰ ਉਪਦੇਸ਼ ਦਿੰਦੇ ਨੇ। ਔਰ ਨਾਲੇ ਮਲਕ ਪਾਤਸ਼ਾਹ ਜੀ ਆਪਣੇ ਸੁਭਾਅ ਨੂੰ, ਕਾਰੂ ਬਾਦਸ਼ਾਹ ਨੂੰ, ਉਹਦੇ ਸੁਭਾਅ ਨੂੰ ਦਇਆਲੂ ਕਰਨ ਵਾਸਤੇ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ। ਔਰ ਉਹ ਬਾਦਸ਼ਾਹ ਸਤਿਗੁਰੂ ਜੀ ਕੋਲੋਂ ਉਪਦੇਸ਼ ਲੈ ਕੇ ਬੜਾ ਸੋਹਣਾ ਜੀਵਨ ਗੁਰੂ ਨਾਨਕ ਜੀ ਦੇ ਆਸ਼ੇ ਅਨੁਸਾਰ ਜਿਉਣ ਲੱਗਾ। ਮਲਕ ਪਾਤਸ਼ਾਹ ਨੇ ਸਿੱਖੀ ਦੀ ਦਾਤ ਬਖਸ਼ੀ, ਧਰਮਸ਼ਾਲਾ ਉਸ ਬਾਦਸ਼ਾਹ ਨੇ ਬਣਵਾਈ ਤੇ ਉਸੇ ਤਰ੍ਹਾਂ ਕੀਰਤੀ ਜਿਹੜੀ ਉਸ ਨਗਰ ਦੇ ਵਿੱਚ ਹੋਣ ਲੱਗੀ। ਉੱਥੇ ਕੁਝ ਕੁ ਦਿਨ ਸਤਿਗੁਰੂ ਜੀ ਨੇ ਕੁਝ ਸਮਾਂ ਉੱਥੇ ਟਿਕਾਣਾ ਕੀਤਾ। ਉਹ ਤੋਂ ਬਾਅਦ ਵਿੱਚ ਅਗਾਂਹ ਚੱਲਣ ਦੀ ਇੱਛਾ ਜਿਹੜੀ ਉਹਨੂੰ ਪ੍ਰਗਟਾਇਆ। ਜਦੋਂ ਉੱਥੋਂ ਅਗਾਂਹ ਚੱਲਣ ਦੀ ਇੱਛਾ ਪ੍ਰਗਟ ਕੀਤੀ ਸਤਿਗੁਰੂ ਜੀ ਨੇ ਤੇ ਨਾਲ ਭਾਈ ਮਰਦਾਨਾ ਜੀ ਔਰ ਬਾਲਾ ਜੀ, ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਵੀ ਮਲਕ ਜੀ ਹੁਣ ਆਪ ਜੀ ਕਿਰਪਾ ਕਰੋ, ਕਿਉਂਕਿ ਜਦੋਂ ਉੱਥੋਂ ਚੱਲਣ ਲੱਗਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਮਰਦਾਨਾ ਜੀ ਨੂੰ ਪੁੱਛਦੇ ਵੀ ਹੁਣ ਕਿਸ ਪਾਸੇ ਚੱਲਣਾ ਹੈ। ਤੇ ਮਰਦਾਨਾ ਜੀ ਫਿਰ ਆਖਦੇ ਵੀ ਮਲਕ ਜੀ ਆਪ ਜੀ ਨੇ ਕਿਰਪਾ ਕੀਤੀ, 9 ਖੰਡਾਂ ਦੇ ਦਰਸ਼ਨ ਕਰਵਾਏ ਨੇ ਤੇ ਆਪ ਜੀ ਹੁਣ ਰਹਿਮਤ ਕਰੋ, ਜਿਹੜੇ 7 ਮਹਾਦੀਪ ਸੁਣੇ ਜਾਂਦੇ ਨੇ ਆਪ ਕਿਰਪਾ ਕਰਕੇ ਉਹਨਾਂ ਮਹਾਦੀਪਾਂ ਦੇ ਦਰਸ਼ਨ ਵੀ ਕਰਵਾਓ। ਇੱਥੋਂ ਤੱਕ ਇਤਿਹਾਸ ਆਪ ਸੰਗਤਾਂ ਨਿਕਲਦੇ ਪਿਛਲੇ ਦੀਵਾਨਾਂ ਦੇ ਅੰਦਰ ਸਰਵਣ ਕੀਤਾ ਸੀ। ਆਓ ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਬਚਨਾਂ ਨੂੰ ਸੁਣ ਕੇ ਕੀ ਜਵਾਬ ਦਿੰਦੇ ਨੇ ਔਰ ਕਿਵੇਂ ਮਲਕ ਪਾਤਸ਼ਾਹ ਜੀ ਅਗਲੇ ਪਿੰਡ ਦੇ ਉੱਤੇ ਚੱਲਦੇ ਨੇ। ਆਪਾਂ ਅਗਲੇਰੇ ਪ੍ਰਸੰਗ ਨਾਲ ਸਾਂਝ ਪਾਈਏ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਨੂੰ ਆਪਾਂ ਵਿਚਾਰਨਾ ਹੈ, ਲੜੀਵਾਰ ਇਤਿਹਾਸ ਨੂੰ ਵਿਚਾਰਨਾ, ਉੱਥੇ ਨਾਲ ਨਾਲ ਅੱਜ ਦੇ ਇਤਿਹਾਸਕ ਦਿਨ ਉਹ ਇਤਿਹਾਸ ਦੇ ਪੰਨਿਆਂ ਨੂੰ ਵੀ ਚੇਤੇ ਕਰਨਾ ਹੈ। ਅੱਜ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਬਾਲਾ ਪ੍ਰੀਤਮ ਜੀ ਜਿਨ੍ਹਾਂ ਨੇ ਅੱਜ ਦੇ ਦਿਨ ਆਪਣਾ ਸਰੀਰਕ ਚੋਲਾ ਤਿਆਗਿਆ ਔਰ ਦੂਜੇ ਪਾਸੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜੇ ਅੱਜ ਦਾ ਦਿਨ ਗੁਰਤਾ ਗੱਦੀ ਦੇ ਉੱਪਰ ਸ਼ੋਭਾਇਮਾਨ ਹੁੰਦੇ ਨੇ। ਗੁਰੂ ਨਾਨਕ ਜੋਤ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਟਿਕਦੀ ਹੈ। ਉਹ ਇਤਿਹਾਸ ਦੇ ਪੰਨਿਆਂ ਨੂੰ ਵੀ ਆਪਾਂ ਸਮੇਂ ਦੇ ਮੁਤਾਬਕ ਵਿਚਾਰਨ ਦੀ ਕੋਸ਼ਿਸ਼ ਯਤਨ ਕਰਨਾ ਹੈ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੇ ਇਤਿਹਾਸ ਔਰ ਆਪਣੀ ਬਾਣੀ ਦੀਆਂ ਵਿਚਾਰਾਂ ਸਤਿਗੁਰੂ ਜੀ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਬਖਸ਼ੋ ਅਸੀਸ ਕੋਈ ਅਸਨਾ ਵਾਂਝੀ ਨਾ ਰੱਖੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਸਤਿਗੁਰੂ ਜੀ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। तेरो कहो ना मेरो कैसे चलो दिखावो है ओ जैसे। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਨਾਨਕ ਪ੍ਰਕਾਸ਼ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਭਾਈ ਮਰਦਾਨਾ ਜੀ ਨੇ ਇੱਛਾ ਪ੍ਰਗਟਾਈ ਕਿ ਆਪ ਜੀ ਟੁੱਟ ਕਰਕੇ 7 ਦੀਪਾਂ ਦੇ ਦਰਸ਼ਨ ਕਰਵਾਓ। ਜਦੋਂ ਭਾਈ ਮਰਦਾਨਾ ਜੀ ਨੇ ਇਹ ਪਾਵਨ ਬਚਨ ਗੁਰੂ ਨਾਨਕ ਸਾਹਿਬ ਨਾਲ ਕੀਤੇ ਤੇ ਮਲਕ ਪਾਤਸ਼ਾਹ ਜੀ ਨੇ ਜਵਾਬ ਦਿੰਦਿਆਂ ਹੋਇਆਂ ਬੜੇ ਪਿਆਰੇ ਬੋਲ ਆਪਣੀ ਰਚਨਾ ਤੋਂ ਆਖੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਾ ਜੀ ਤੁਹਾਡਾ ਕਿਹਾ ਹੋਇਆ ਅਸੀਂ ਕਿਸੇ ਪ੍ਰਕਾਰ ਵੀ ਮੋੜ ਨਹੀਂ ਸਕਦੇ। ਜੋ ਬਚਨ ਆਪ ਜੀ ਨੇ ਆਖੇ ਹਨ ਉਹਨਾਂ ਬਚਨਾਂ ਦੇ ਅਨੁਸਾਰੀ ਹੁਣ ਆਪਾਂ 7 ਦੀਪਾਂ ਦੇ ਦਰਸ਼ਨ ਕਰਾਂਗੇ। ਚਲੋ ਜਿਸ ਪ੍ਰਕਾਰ ਆਪ ਜੀ ਨੇ ਬਚਨ ਆਖੇ ਨੇ ਹੁਣ ਉਹ 7 ਦੀਪ ਕਿਸ ਤਰ੍ਹਾਂ ਦੇ ਹਨ ਆਪ ਜੀ ਨੂੰ ਚੱਲ ਕੇ ਉਹਨਾਂ ਦੇ ਦਰਸ਼ਨ ਕਰਵਾਈਏ। हंस के श्री गुरु चले अगारी ऐसा समुद्र के पहुंचे पारी। ਕਵੀ ਜੀ ਨੇ ਜ਼ਿਕਰ ਕੀਤਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਇਹਨੇ ਬਚਨ ਆਖ ਕੇ ਤੇ ਆਪਣੇ ਨਾਲ ਲੈ ਕੇ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਨੂੰ ਨਾਲ ਤੁਰ ਪਏ। ਸਤਿਗੁਰੂ ਪਾਤਸ਼ਾਹ ਜੀ ਤੋਂ ਚੱਲੇ ਨੇ ਤੇ ਸਮੁੰਦਰ ਨੂੰ ਪਾਰ ਕਰਨ ਵਾਸਤੇ ਸਤਿਗੁਰੂ ਜੀ ਨੇ ਦਰਿਆ ਵਰਤਿਆ ਔਰ ਉਹ ਸਮੁੰਦਰ ਜਿਹੜਾ ਲੰਘ ਕੇ ਕਾਫੀ ਲੰਮਾ ਪੈਂਦਾ ਧੰਨ ਗੁਰੂ ਨਾਨਕ ਸਾਹਿਬ ਜੀ ਤੈਅ ਕਰਦੇ ਹਨ। लख जो जन जो तो बिसथारा पार गए ना लगी बारा। ਕਾਫੀ ਲੰਮੇਰਾ ਪੈਂਡਾ ਤੈਅ ਕੀਤਾ ਸਤਿਗੁਰੂ ਜੀ ਸਮੁੰਦਰ ਨੂੰ ਜਦੋਂ ਪਾਰ ਕਰ ਜਾਂਦੇ ਨੇ। ਸਮੁੰਦਰ ਨੂੰ ਪਾਰ ਕਰਨ ਤੋਂ ਬਾਅਦ ਵਿੱਚ ਪਹਿਲੇ ਦੀਪ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਪ੍ਰਵੇਸ਼ ਕਰਦੇ ਹਨ पलक दीप में बैठे जाए कर लिखन के नाम सदाए। ਔਰ ਸਭ ਤੋਂ ਪਹਿਲਾਂ ਜਿਹੜਾ ਦੀਪ ਹੈ ਉਹਨੂੰ ਕਵੀ ਜੀ ਨੇ ਜ਼ਿਕਰ ਕੀਤਾ ਪਲਕਸ਼। ਪਲਕਸ਼ ਨਾਮ ਦਾ ਦੀਪ ਹੈ ਜਿੱਥੇ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਸੁਭਾਈਮਾਨ ਹੋਏ ਆਪਣਾ ਟਿਕਾਣਾ ਕੀਤਾ ਤਰ ਪਿਲਖਣ ਤੇ ਨਾਮ ਸਦਾਈ। ਔਰ ਜਿਹੜਾ ਇਹ ਦੀਪ ਹੈ ਨਾ ਕਹਿੰਦੇ ਵੀ ਇਹਦਾ ਨਾਮ ਪਿਲਖਣ ਤੋਂ ਕਈ ਤਰ੍ਹਾਂ ਦੇ ਰੁੱਖਾਂ ਦਾ ਜ਼ਿਕਰ ਕੀਤਾ ਵੀ ਇਹ ਜਿਹੜਾ ਦੀਪ ਹੈ ਇਹਦਾ ਨਾਮ ਰੁੱਖਾਂ ਦੇ ਨਾਮ ਤੋਂ ਧਰਿਆ ਗਿਆ। ਰੁੱਖਾਂ ਦੇ ਨਾਮ ਤੋਂ ਇਸ ਦੀਪ ਦੀ ਬਣਤਰ ਹੋਈ ਹੈ। अधिक नरन को रुद्र स्वरूपा सुख भोगे निज मान अनुरूपा। ਇੱਥੇ ਜਿਹੜੇ ਲੋਕ ਨੇ ਨਾ ਉਹਨਾਂ ਲੋਕਾਂ ਦਾ ਸਰੂਪ ਬਹੁਤ ਸੁੰਦਰ ਹੈ, ਬਹੁਤ ਸੋਹਣੇ ਨੇ। ਅਧਿਕ ਨਰਨ ਕੋ ਰੁਚਿਰ ਸਰੂਪ ਆ, ਬਹੁਤ ਮਨਮੋਹਕ ਸਰੂਪ ਹੈ ਉਹਨਾਂ ਦਾ। ਔਰ ਸਾਰੇ ਦੇ ਸਾਰੇ ਮਨੁੱਖ ਜਿੰਨੇ ਵੀ ਇਸ ਦੀਪ ਵਿੱਚ ਰਹਿਣ ਵਾਲੇ ਨੇ ਉਹ ਸਾਰੇ ਸੁੱਖ ਭੋਗ ਰਹੇ, ਮਤਲਬ ਸਾਰੇ ਦੇ ਸਾਰੇ ਹਰ ਪ੍ਰਕਾਰ ਦਾ ਸੁੱਖ, ਹਰ ਪ੍ਰਕਾਰ ਦਾ ਆਨੰਦ, ਹਰ ਪ੍ਰਕਾਰ ਦੀ ਖੁਸ਼ੀ ਮੰਨਦੇ ਹਨ। वैसे सबन के बरका जारू सम अमरन के तिन व्यवहारू। ਔਰ ਉਹ ਸਾਰੇ ਦੇ ਸਾਰੇ ਨਾ ਬਹੁਤ ਲੰਮੀਆਂ ਉਮਰਾਂ ਵਾਲੇ ਨੇ, ਮਤਲਬ ਬਹੁਤ ਵੱਡੀਆਂ ਵੱਡੀਆਂ ਉਮਰਾਂ ਵਾਲੇ ਨੇ। ਔਰ ਸਾਰਿਆਂ ਦਾ ਜੀਵਨ ਇਸ ਪ੍ਰਕਾਰ ਹੈ, ਇੰਨਾ ਸੋਹਣਾ ਜੀਵਨ ਹੈ, ਇੰਨੇ ਸੋਹਣੇ ਨੇ ਉਹ, ਉਹਨਾਂ ਦਾ ਆਚਰਣ ਇੰਨਾ ਸੋਹਣਾ ਹੈ। ਮਲਕ ਜੀ ਦੇ ਜੋ ਜ਼ਿਕਰ ਕਵੀ ਜੀ ਨੇ ਕੀਤਾ ਵੀ ਉਸ ਜਗ੍ਹਾ ਤੇ ਰਹਿਣ ਵਾਲੇ ਲੋਕ ਇਦਾਂ ਲੱਗਦੇ ਸਮ ਅਮਰਨ, ਅਮਰਨ ਕਿਹਾ ਜਾਂਦਾ ਦੇਵਤਿਆਂ ਲਈ ਲਫ਼ਜ਼ ਵਰਤਿਆ ਜਾਂਦਾ ਵੀ ਉਹ ਸਾਰੇ ਇਸ ਤਰ੍ਹਾਂ ਲੱਗਦੇ ਵੀ ਮੰਨੋ ਜਿਵੇਂ ਦੇਵਤੇ ਹੀ ਇਸ ਅਸਥਾਨ ਦੇ ਉੱਤੇ ਵੱਸਦੇ ਹਨ। सपत खंड ते दीप के सरिता सपत प्रभा। ਤੇ ਇਸ ਖੰਡ ਦੇ ਅੰਦਰ 7 ਨਦੀਆਂ ਵਹਿੰਦੀਆਂ ਨੇ। ਇਹ ਜਿਹੜਾ ਪਲਕਸ਼ ਨਾਮ ਦਾ ਦੀਪ ਹੈ ਨਾ, ਇਸ ਦੀਪ ਦੇ ਅੰਦਰ 7 ਨਦੀਆਂ ਦਾ ਪ੍ਰਵਾਹ ਚੱਲਦਾ ਹੈ सर्व प्रकार आनंद बो कंचन मंदिर जा। ਔਰ ਇੱਥੇ ਬਹੁਤ ਸਾਰੇ ਆਨੰਦ ਦੇ ਨਾਲ ਜੀਵ ਰਹਿੰਦੇ ਨੇ। ਔਰ ਕਵੀ ਜੀ ਨੇ ਜ਼ਿਕਰ ਕੀਤਾ ਵੀ ਇਸ ਜਿਹੜਾ ਦੀਪ ਹੈ ਨਾ, ਇਸ ਦੀਪ ਉੱਤੇ ਰਹਿਣ ਵਾਲੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਵਧੀਆ ਹੈ, ਇਕਨੋਮਿਕਲੀ ਸਾਰੇ ਬੜੇ ਵਧੀਆ ਨੇ। ਤਕਰੀਬਨ ਬਹੁਤਾਤ ਕਵੀ ਜੀ ਜ਼ਿਕਰ ਕਰ ਰਹੇ ਵੀ ਇਸ ਅਸਥਾਨ ਉੱਤੇ ਜਿਹੜੇ ਘਰ ਬਣੇ ਹੋਏ ਨਾ ਉਹ ਕੰਚਨ ਦੇ ਬਣੇ ਹੋਏ ਨੇ, ਸੋਨੇ ਦੇ ਬਣੇ ਹੋਏ ਘਰ ਮੌਜੂਦ ਹਨ। जय गुरु बैसे नर भोगाए हाथ जोड़ पग शीस निभाए। ਜਿਸ ਜਗ੍ਹਾ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਜਾ ਕੇ ਟਿਕੇ ਨੇ, ਮਲਕ ਜੀ ਨੇ ਟਿਕਾਣਾ ਕੀਤਾ ਹੈ, ਉੱਥੇ ਬਹੁਤ ਮਨੁੱਖ ਇਕੱਠੇ ਹੋ ਕੇ ਆਏ।
ਉਹਨਾਂ ਨੇ ਆ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ, ਗੁਰੂ ਨਾਨਕ ਸਾਹਿਬ ਨੂੰ ਵੇਖਿਆ ਤੇ ਸਾਰਿਆਂ ਨੇ ਹੱਥ ਜੋੜ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਸੀਸ ਨਵਾਉਂਦਿਆਂ ਹੋਇਆਂ ਉਹਨਾਂ ਦਾ ਅਦਬ ਔਰ ਸਤਿਕਾਰ ਕੀਤਾ। ਅਪਰ ਦੀਪਕੋ ਸੰਤ ਸਰੂਪਾ ਅਸਲਕ ਆਨੇ ਭੇਟ ਅਨੁਪਾ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਅੱਗੇ ਹੱਥ ਜੋੜ ਕੇ ਨਮਸਕਾਰ ਕਰਦੇ, ਉੱਥੇ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਤੀ ਇਹ ਵਿਚਾਰ ਰੱਖੀ ਵੀ ਇਹ ਜਿਹੜਾ ਪੁਰਸ਼ ਚੱਲ ਕੇ ਆਏ ਨੇ ਨਾ, ਇਹ ਕਿਸੇ ਹੋਰ ਦੀਪ ਤੋਂ ਆਏ ਨੇ, ਮਤਲਬ ਕਿਸੇ ਹੋਰ ਅਸਥਾਨ ਤੋਂ ਆਏ ਨੇ, ਪਰ ਹੈ ਨਾ ਇਹ ਸੰਤ ਰੂਪ ਪਰਮੇਸ਼ਵਰ ਸਰੂਪ ਨੇ। ਔਰ ਪਰਮੇਸ਼ਵਰ ਰੂਪ ਜਾਣਦਿਆਂ ਹੋਇਆਂ, ਸੰਤ ਸਰੂਪ ਸ਼ੁਭ ਗੁਣਾਂ ਦੇ ਮਾਲਕ ਜਾਣਦਿਆਂ ਹੋਇਆਂ ਉਹਨਾਂ ਨੇ ਬਹੁਤ ਸਾਰੀਆਂ ਭੇਟਾਵਾਂ ਲਿਆਂਦੀਆਂ ਤੇ ਭੇਟਾਵਾਂ ਲਿਆ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਉਹਨਾਂ ਅਰਪਣ ਕੀਤੀਆਂ। ਮਧੁਰ ਤਰੇ ਫਲ ਰੁਦਰੇ ਗਾਰੀ ਬੈਠੇ ਚਾਹੁੰਦੇ ਸੇ ਅਚਰਜ ਤਾਰੀ। ਔਰ ਸਾਹਿਬ ਜੀ ਦੇ ਅੱਗੇ ਜਿਹੜੇ ਉਹਨਾਂ ਨੇ ਭੇਟਾਵਾਂ ਰੱਖੀਆਂ, ਉਹਦੇ ਵਿੱਚ ਬਹੁਤ ਸਾਰੇ ਫਲ ਨੇ, ਬਹੁਤ ਸਾਰੀਆਂ ਵਸਤੂਆਂ ਨੇ ਜਿਹੜੀਆਂ ਲਿਆ ਕੇ ਉਹਨਾਂ ਧੰਨ ਗੁਰੂ ਨਾਨਕ ਸਾਹਿਬ ਅੱਗੇ ਰੱਖੀਆਂ। ਔਰ ਸਾਰੇ ਭੇਟਾਵਾਂ ਰੱਖ ਕੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦੁਆਲੇ ਬਹਿ ਗਏ, ਚਾਰੇ ਦਿਸ਼ਾਵਾਂ ਵਿੱਚ ਬੈਠੇ, ਮਤਲਬ ਸਾਰੇ ਪਾਸੇ ਗੁਰੂ ਨਾਨਕ ਸਾਹਿਬ ਦੇ ਬੈਠੇ, ਪਰ ਹੈਨ ਬੜੇ ਹੈਰਾਨ, ਸਾਰੇ ਹੀ ਬੜੀ ਅਚਰਜਤਾ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਰਹੇ ਹਨ। ਸ਼੍ਰੀ ਪ੍ਰਭ ਤਿਨ ਸਿਓ ਬੈਨ ਉਚਾਰੇ ਬਹੁ ਵਿਦ ਹੈ ਆਨੰਦ ਤੁਮਾਰੇ। ਸਤਿਗੁਰੂ ਜੀ ਨੇ ਉਹਨਾਂ ਸਾਰਿਆਂ ਨੂੰ ਬੈਠਿਆਂ ਵੇਖਿਆ, ਮਲਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਸੰਬੋਧਨ ਕਰਦਿਆਂ ਤੇ ਇੱਕ ਸਵਾਲ ਕੀਤਾ, ਕਹਿੰਦੇ ਵੀ ਤੁਸੀਂ ਸਾਰੇ ਬੜੇ ਆਨੰਦ ਦੇ ਵਿੱਚ ਲੱਗਦੇ ਹੋ, ਵੀ ਕੀ ਸੱਚਮੁੱਚ ਤੁਹਾਡੇ ਸਾਰਿਆਂ ਦੇ ਜੀਵਨਾਂ ਦੇ ਅੰਦਰ ਆਨੰਦ ਹੈ? ਕੀ ਤੁਸੀਂ ਹਰ ਪ੍ਰਕਾਰ ਵਾਕਈ ਹੀ ਆਨੰਦ ਵਿੱਚ ਹੋ? ਕੀ ਹਰ ਪ੍ਰਕਾਰ ਦੀ ਖੁਸ਼ੀ ਤੁਹਾਡੇ ਪਾਸ ਹੈ? ਇਸ ਪ੍ਰਕਾਰ ਇਸ ਦੀਪ ਮਜਾਰਾ ਹਮ ਸਿਓ ਕਹੋ ਸਰਬ ਵਿਵਹਾਰਾ। ਵੀ ਆਪ ਜੀ ਦੱਸੋ ਵੀ ਇਸ ਦੀਪ ਦੇ ਅੰਦਰ ਸਾਰਾ ਵਿਵਹਾਰ ਕਿਦਾਂ ਦਾ ਹੈ, ਲੋਕਾਂ ਦਾ ਰਹਿਣ ਸਹਿਣ ਕਿਵੇਂ ਦਾ ਹੈ, ਆਪਸੀ ਵਿਵਹਾਰ ਕਿਦਾਂ ਦੇ ਨੇ ਲੋਕਾਂ ਦੇ, ਔਰ ਕੀ ਸਾਰੇ ਲੋਕ ਇੱਥੋਂ ਦੇ ਖੁਸ਼ ਨੇ, ਪ੍ਰਸੰਨ ਨੇ, ਕੀ ਸਾਰੇ ਆਨੰਦ ਸਹਿਤ ਇਸ ਦੀਪ ਦੇ ਵਿੱਚ ਰਹਿੰਦੇ ਹਨ? ਸੁਖ ਦੁਖ ਜੇਤੋਗੇ ਤੁਜ ਤਾਈ ਸੋਹੁ ਸਨ ਬੋਕੂਰ ਬਿਹਾਈ। ਜੋ ਤੁਹਾਡੇ ਕੋਲ ਸੁੱਖ ਹੈ, ਜੋ ਤੁਹਾਡੇ ਕੋਲ ਦੁੱਖ ਹੈ, ਮਤਲਬ ਉਹ ਸਾਰਾ ਕੁਝ ਹੁਣ ਆਪ ਜੀ ਸਾਨੂੰ ਬੋਲ ਕੇ ਸੁਣਾਓ ਬਿਨਾਂ ਝੂਠ ਤੋਂ, ਮਤਲਬ ਜੋ ਵੀ ਤੁਹਾਡੇ ਕੋਲ ਹੈ, ਜੋ ਨਹੀਂ, ਉਹ ਸਾਰਾ ਕੁਝ ਦੱਸੋ। ਬਸ ਕਿਸੇ ਪ੍ਰਕਾਰ ਵੀ ਕੁਝ ਨਾ ਤੇ ਸਾਡੇ ਤੋਂ ਛੁਪਾ ਕੇ ਰੱਖਿਓ, ਔਰ ਨਾ ਹੀ ਕੁਝ ਸਾਨੂੰ ਕਿਸੇ ਪ੍ਰਕਾਰ ਦਾ ਆਪ ਜੀ ਨੇ ਝੂਠ ਆਖਣਾ। ਨਰ ਬੋਲੇ ਤਿਸ ਦੀਪ ਕੇ ਹੈ ਸੁਖ ਸਰਬ ਪ੍ਰਕਾਰ। ਹੁਣ ਜਿੰਨੇ ਮਨੁੱਖ ਉੱਥੇ ਸਾਹਿਬ ਕੋਲ ਬੈਠੇ ਸਨ, ਉਹਨਾਂ ਦੇ ਵਿੱਚੋਂ ਜਿਹੜਾ ਆਗੂ ਹੈ ਨਾ ਉਸ ਦੀਪ ਦਾ, ਉਹ ਬੋਲਦਾ ਹੋਇਆ ਕਹਿੰਦਾ ਵੀ ਮਾਲਕ ਜੀਓ, ਸਾਡੇ ਕੋਲ ਹਰ ਪ੍ਰਕਾਰ ਦਾ ਸੁੱਖ ਹੈ, ਵੀ ਕੋਈ ਵੀ ਐਸਾ ਸੁੱਖ ਨਹੀਂ ਹੈ ਜਿਹੜਾ ਸਾਡੇ ਦੀਪ ਵਿੱਚ ਨਾ ਹੋਵੇ। ਸਾਡੇ ਇਸ ਅਸਥਾਨ ਉੱਤੇ ਕੋਈ ਐਸਾ ਸੁੱਖ, ਕੋਈ ਐਸਾ ਪਦਾਰਥ, ਕੋਈ ਐਸੀ ਵਸਤੂ ਨਹੀਂ ਜਿਹੜੀ ਇੱਥੇ ਮੌਜੂਦ ਨਾ ਹੋਵੇ। ਤੇ ਦੁੱਖ ਹੈ ਸਭਨ ਵਿਕੇ ਸੋ ਹਮ ਕਰੇ ਉਚਾਰ। ਪਰ ਉਹਨਾਂ ਸੁੱਖਾਂ ਦੇ ਨਾਲ ਨਾਲ ਨਾ ਸਾਡੇ ਸਾਰੇ ਦੀਪ ਦੇ ਵਿੱਚ 3 ਦੁੱਖ ਵੀ ਨੇ, ਤੇ ਇਹ ਜਿਹੜੇ ਦੁੱਖ ਨੇ ਨਾ ਇਹ ਸਾਰਿਆਂ ਕੋਲ ਹੀ ਨੇ। ਇਹ ਨਹੀਂ ਵੀ ਇੱਕ ਕੋਲ ਹੈ ਤੇ ਦੋ ਕੋਲ ਨਹੀਂ, ਜਾਂ ਦੋ ਕੋਲ ਹੈ ਤੇ ਚਾਰਾਂ ਕੋਲ ਨਹੀਂ, ਇਹ ਦੁੱਖ ਸਾਰਿਆਂ ਨੂੰ ਹੀ ਹੈ। ਜੇ ਸੁੱਖ ਦੀਆਂ ਸਾਰੀਆਂ ਵਸਤੂਆਂ ਦੀਪ ਵਿੱਚ ਨੇ, ਤੇ ਜਿਹੜਾ ਦੁੱਖ ਆਪ ਜੀ ਨੂੰ ਹੁਣ ਮੈਂ ਬਿਆਨ ਕਰਕੇ ਦੱਸਣ ਲੱਗਾ ਨਾ, 3 ਤਰ੍ਹਾਂ ਦੇ ਦੁੱਖ, ਇਹ ਦੁੱਖ ਵੀ ਸਾਡੇ ਦੀਪ ਵਿੱਚ ਸਾਰੇ ਮਨੁੱਖਾਂ ਦੇ ਕੋਲ ਹਨ। ਬੜੋ ਆਪਤੇ ਜੇ ਕੋ ਜਾਨੋ ਤੈਸੋ ਮਨ ਮੈਂ ਮਤ ਸਰਠਾਨੇ। ਔਰ ਸਭ ਤੋਂ ਪਹਿਲਾਂ ਦੁੱਖ ਦੱਸਿਆ, ਇਹ ਕੇਵਲ ਉਹ ਦੀਪ ਦਾ ਨਹੀਂ ਹੈ, ਸਾਡੇ ਹਿਰਦਿਆਂ ਦੀ ਵੀ ਅਵਸਥਾ ਹੈ, ਸਾਡੇ ਹਿਰਦਿਆਂ ਦੀ ਵੀ ਹਾਲਤ ਹੈ। ਸਭ ਤੋਂ ਪਹਿਲਾਂ ਉੱਥੇ ਦੱਸਦਿਆਂ ਹੋਇਆਂ ਗੁਰੂ ਸਾਹਿਬ ਨੂੰ ਆਖਦੇ, ਕਹਿੰਦੇ ਮਾਲਕ ਜੀਓ, ਸਾਡਾ ਸਭ ਤੋਂ ਵੱਡਾ ਦੁੱਖ ਇਸ ਦੀਪ ਵਿੱਚ ਪਤਾ ਕੀ ਹੈ, ਵੀ ਅਸੀਂ ਇਸ ਦੀਪ ਵਿੱਚ ਰਹਿਣ ਵਾਲੇ ਜਿੰਨੇ ਲੋਕ ਆ, ਜੇ ਸਾਨੂੰ ਸਾਡੇ ਤੋਂ ਵੱਡਾ ਕੋਈ ਨਜ਼ਰ ਨਹੀਂ ਆਉਂਦਾ, ਧਨ ਕਰਕੇ ਕਹਿ ਲਓ, ਤਾਕਤ ਕਰਕੇ ਕਹਿ ਲਓ, ਗਿਆਨ ਕਰਕੇ ਕਹਿ ਲਓ, ਕਿਸੇ ਰੂਪ ਵਿੱਚ ਵੀ ਜਦੋਂ ਸਾਨੂੰ ਕੋਈ ਸਾਡੇ ਤੋਂ ਵੱਡਾ ਨਜ਼ਰ ਨਹੀਂ ਆਉਂਦਾ, ਤੇ ਸਾਡੇ ਮਨ ਵਿੱਚ ਉਹਦੇ ਪ੍ਰਤੀ ਈਰਖਾ ਪੈਦਾ ਹੋ ਜਾਂਦੀ ਹੈ। ਇਹ ਸਾਡਾ ਸਭ ਤੋਂ ਵੱਡਾ ਦੁੱਖ ਹੈ, ਜਿਹਨੂੰ ਆਪਾਂ ਜਦੋਂ ਬਾਪੂ ਜੀ ਕੀ ਬਾਣੀ ਪੜ੍ਹਦੇ ਆ ਨਾ, ਤੇ ਬਾਣੀ ਅੰਦਰ ਜ਼ਿਕਰ ਕਰਦੇ ਆ, ਮਾਲਕ ਜੀ ਨੇ ਬੜੇ ਸੋਹਣੇ ਸਪਸ਼ਟ ਲਫ਼ਜ਼ ਵਰਤੇ। ਸਤਿਗੁਰੂ ਕਹਿੰਦੇ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਹੁਣ ਤਾਤ ਕਹਿੰਦੇ ਨੇ ਈਰਖਾ ਨੂੰ, ਪਰਾਈ ਮਤਲਬ ਬੇਗਾਨੀ। ਜਿਸ ਦੇ ਅੰਦਰ ਬੇਗਾਨੀ ਈਰਖਾ ਹੋਵੇ, ਕਿਸੇ ਪ੍ਰਤੀ ਮਨ ਅੰਦਰ ਈਰਖਾ ਹੋਵੇ, ਉਹ ਆਪਣਾ ਭਲਾ ਕਦੇ ਨਹੀਂ ਲੋਚ ਸਕਦਾ। ਹੁਣ ਇਹਨੂੰ ਆਪਾਂ ਜੇ ਇਸ ਪ੍ਰਕਾਰ ਕਹਿ ਲਈਏ ਵੀ ਜੇ ਅਸੀਂ ਆਪਣਾ ਭਲਾ ਲੋਚਦੇ ਆ, ਤੇ ਸਾਨੂੰ ਆਪਣੇ ਭਲੇ ਵਾਸਤੇ ਬੇਗਾਨੀ ਈਰਖਾ ਛੱਡਣੀ ਪਏਗੀ। ਮਤਲਬ ਜੇ ਸਾਡੇ ਮਨ ਅੰਦਰ ਈਰਖਾ ਹੈ ਕਿਸੇ ਦੇ ਵੀ ਪ੍ਰਤੀ, ਸਾਨੂੰ ਉਹ ਈਰਖਾ ਤਿਆਗਣੀ ਪਏਗੀ ਤੇ ਸਾਡਾ ਭਲਾ ਹੋਏਗਾ। ਅਸੀਂ ਈਰਖਾ ਵਸ ਹੋ ਕੇ ਦੂਜੇ ਦਾ ਨੁਕਸਾਨ ਕਰਨਾ ਚਾਹੁੰਦੇ ਹਾਂ, ਈਰਖਾ ਵਸ ਹੋ ਕੇ ਅਸੀਂ ਦੂਜੇ ਦਾ ਬੁਰਾ ਕਰਨਾ ਲੋਚਦੇ ਹਾਂ, ਈਰਖਾ ਵਸ ਹੋ ਕੇ ਅਸੀਂ ਦੂਸਰੇ ਦਾ ਮਾੜਾ ਕਰਨਾ ਚਾਹੁੰਦੇ ਹਾਂ। ਪਰ ਉਹ ਦੂਜੇ ਦਾ ਮਾੜਾ ਹੋਵੇ ਭਾਵੇਂ ਨਾ, ਦੂਜੇ ਦਾ ਬੁਰਾ ਹੋਵੇ ਤੇ ਭਾਵੇਂ ਨਾ ਹੋਵੇ, ਇਨਸਾਨ ਈਰਖਾ ਕਰ ਆਪਣਾ ਮਾੜਾ ਜ਼ਰੂਰ ਕਰ ਲੈਂਦਾ। ਸਾਹਿਬ ਜੀ ਨੇ ਇਸੇ ਕਰਕੇ ਬਾਣੀ ਚ ਲਫ਼ਜ਼ ਵਰਤੇ ਵੀ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਹਦਾ ਕਦੇ ਵੀ ਭਲਾ ਨਹੀਂ ਹੁੰਦਾ। ਹੁਣ ਉਹ ਜ਼ਿਕਰ ਕਰਦੇ ਆ, ਕਵੀ ਜੀ ਲਿਖ ਰਹੇ ਵੀ ਉੱਥੇ ਉਹਨਾਂ ਮਨੁੱਖਾਂ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਵੀ ਸਾਡੇ ਦੀਪ ਵਿੱਚ ਸਭ ਤੋਂ ਵੱਡਾ ਦੁੱਖ ਇਹੋ ਹੈ ਵੀ ਇਸ ਦੀਪ ਵਿੱਚ ਜਿੰਨੇ ਰਹਿਣ ਵਾਲੇ ਲੋਕ ਨੇ ਨਾ, ਉਹ ਬੜੇ ਖੁਸ਼ ਨੇ, ਬਹੁਤ ਸੁਖੀ ਨੇ, ਬੜੇ ਪ੍ਰਸੰਨ ਨੇ। ਪਰ ਜਦੋਂ ਕੋਈ ਵੀ ਮਨੁੱਖ ਆਪਣੇ ਤੋਂ ਵੱਡੇ ਨੂੰ ਕਿਸੇ ਨੂੰ ਵੇਖਦਾ ਨਾ, ਤੇ ਉਹ ਆਪਣੇ ਮਨ ਅੰਦਰ ਉਹਦੇ ਪ੍ਰਤੀ ਈਰਖਾ ਕਰ ਲੈਂਦਾ ਹੈ, ਔਰ ਈਰਖਾਲੂ ਵਿਅਕਤੀ ਦਾ ਮਾਲਕ ਉਹ ਬਣ ਜਾਂਦਾ ਹੈ। ਲਗ ਕੋ ਦੇਖ ਕਰ ਬੋਲੇ ਤਰਹੀ ਜੋ ਸਮ ਹੋਏ ਸਪਰਦਾ ਕਰਹੀ। ਔਰ ਦੂਜਾ ਜਿਹੜਾ ਦੁੱਖ ਹੈ ਉਹ ਇਹ ਹੈ ਵੀ ਵੱਡੇ ਨੂੰ ਵੇਖ ਕੇ ਈਰਖਾ, ਛੋਟੇ ਨੂੰ ਵੇਖ ਕੇ ਹੰਕਾਰ। ਜੇ ਵੱਡੇ ਨੂੰ ਵੇਖ ਕੇ ਈਰਖਾ ਵੀ ਮੈਂ ਇਹਨੂੰ ਥੱਲੇ ਸੁੱਟਣਾ, ਤੇ ਛੋਟੇ ਨੂੰ ਵੇਖ ਕੇ ਹੰਕਾਰ ਵੀ ਮੈਂ ਇਹ ਤੋਂ ਵੱਡਾ। ਹੁਣ ਇਹ ਵੀ ਬੜਾ ਵੱਡਾ ਦੁੱਖ ਹੈ। ਹੁਣ ਸਤਿਗੁਰੂ ਜੀ ਦੀ ਬਾਣੀ ਨੇ ਤੇ ਸਾਨੂੰ ਇਹ ਕਿਹਾ ਵੀ ਆਪਸ ਕੋ ਜੋ ਜਾਣਿਆ ਨੀਚਾ ਸੋਊ ਗਣੀਏ ਸਭ ਤੇ ਉੱਚਾ। ਗੁਰਬਾਣੀ ਤੇ ਸਾਨੂੰ ਇਹ ਕਹਿੰਦੀ ਹੈ, ਪਰ ਅਸੀਂ ਆਪਣੇ ਆਪ ਨੂੰ ਨੀਵਾਂ ਮੰਨਣ ਨੂੰ ਤਿਆਰ ਹੀ ਨਹੀਂ ਆ। ਅਸੀਂ ਤੇ ਇਹ ਕਹਿੰਦੇ ਆ ਵੀ ਅਸੀਂ ਉੱਚੇ ਆ, ਜਿਹਨੂੰ ਬਾਪੂ ਜੀ ਨੇ ਬਾਣੀ ਚ ਕਿਹਾ ਹਮ ਬੜ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਪੰਡਿਤ ਗੁਣੀ ਸੂਰ ਹਮ ਦਾਤੇ। ਇਹ ਬੁੱਧ ਕਦੇ ਨਾ ਨਾਸੀ, ਇਹ ਬੁੱਧ ਕਦੇ ਜਾਂਦੀ ਹੋਈ ਨਹੀਂ ਹੈ, ਇਹ ਬੁੱਧੀ ਕਦੇ ਨਾਸ਼ ਨਹੀਂ ਹੁੰਦੀ। ਇਹ ਬੁੱਧੀ ਤੇ ਨੇਤਾ ਪ੍ਰਤੀ ਇਹੋ ਕਹਿ ਰਹੀ ਆ ਵੀ ਮੈਂ ਬੜਾ ਵੱਡਾ ਕਵੀ ਆ, ਮੈਂ ਬੜੀ ਵੱਡੀ ਉੱਚੀ ਕੁਲ ਦਾ ਮਾਲਕ ਆ, ਮੈਂ ਬਹੁਤ ਸਿਆਣਾ ਆ, ਬਹੁਤ ਸੂਝਵਾਨ ਆ, ਮੇਰੇ ਵਰਗਾ ਵੱਡਾ ਪੁਰਸ਼ ਕੌਣ ਹੋ ਸਕਦਾ ਹੈ। ਮਤਲਬ ਆਪਣੇ ਤੋਂ ਵੱਡੇ ਨੂੰ ਵੇਖ ਕੇ ਈਰਖਾ, ਤੇ ਆਪਣੇ ਤੋਂ ਛੋਟੇ ਨੂੰ ਵੇਖ ਕੇ ਇਸ ਮਨੁੱਖ ਸਾਡੇ ਦੀਪ ਦੇ ਰਹਿਣ ਵਾਲੇ ਲੋਕਾਂ ਵਿੱਚ ਅਹੰਕਾਰ ਪੈਦਾ ਹੋ ਜਾਂਦਾ ਹੈ। ਜਿੱਥੇ ਆਪਣੇ ਤੋਂ ਨਿੱਕੇ ਨੂੰ ਵੇਖ ਕੇ ਹੰਕਾਰ ਪੈਦਾ ਹੋਇਆ, ਉੱਥੇ ਆਪਣੇ ਬਰਾਬਰ ਦਾ ਵੇਖ ਕੇ ਬਖੀਲੀ, ਆਪਣੇ ਬਰਾਬਰ ਦਾ ਵੇਖ ਕੇ ਕੀ ਹੈ, ਉਹਨੂੰ ਨੀਵਾਂ ਸੁੱਟਣ ਦੀ ਲਾਲਸਾ ਜਾਗ ਪੈਂਦੀ ਹੈ। ਫਿਰ ਆਪਣੇ ਬਰਾਬਰ ਦਾ ਵੇਖ ਕੇ ਉਹਦੇ ਨਾਲ ਬਖੀਲੀ ਕਰਦਾ ਹੈ। ਇਹਨੇ ਦੁੱਖ ਤੇ ਗਏ ਨਰ ਦੁੱਖ ਬੰਤੇ ਔਰ ਸਰਬ ਸੁਖ ਸੁਨੋ ਬਿਰਤੰਤੇ। ਬਸ ਇਹੀ 3 ਦੁੱਖ ਨੇ ਸਾਡੇ ਸਾਰੇ ਮਨੁੱਖਾਂ ਵਿੱਚ ਜਿੰਨੇ ਇੱਥੇ ਰਹਿਣ ਵਾਲੇ ਨੇ। ਔਰ ਇਹ ਕੇਵਲ ਉਹ ਦੀਪ ਦੀਆਂ ਗੱਲਾਂ ਨਹੀਂ, ਪਲਕਸ਼ ਦੀਪ ਨਹੀਂ। ਜੇ ਅਸੀਂ ਆਪਣੇ ਅੰਦਰ ਵੇਖਾਂਗੇ ਤੇ ਸਾਡੇ ਅੰਦਰ ਵੀ ਇਹੋ ਹਾਲਾਤ ਨੇ। ਸਾਡੀ ਵੀ ਅਵਸਥਾ ਇਦਾਂ ਦੀ ਹੈ, ਆਪਣੇ ਤੋਂ ਵੱਡੇ ਨੂੰ ਵੇਖ ਕੇ ਈਰਖਾ, ਆਪਣੇ ਤੋਂ ਛੋਟੇ ਨੂੰ ਵੇਖ ਕੇ ਹੰਕਾਰ, ਆਪਣੇ ਬਰਾਬਰ ਦਾ ਵੇਖ ਕੇ ਬਖੀਲੀ, ਮਤਲਬ ਖਿੱਚੋ ਤਾਣ, ਇੱਕ ਦੂਜੇ ਨੂੰ ਨੀਵਾਂ ਤੇ ਇੱਕ ਦੂਜੇ ਨੂੰ ਹੇਠਾਂ ਸਾਬਤ ਕਰਨਾ, ਛੋਟਾ ਸਾਬਤ ਕਰਨਾ, ਬਰਾਬਰ ਦਾ ਵੇਖ ਕੇ। ਇਹ ਅਵਸਥਾਵਾਂ ਸਾਡੇ ਹਿਰਦੇ ਦੀਆਂ ਵੀ ਨੇ। ਤੇ ਗੁਰੂ ਨਾਨਕ ਸਾਹਿਬ ਨੂੰ ਉਹ ਕਹਿੰਦੇ ਵੀ ਮਾਲਕ ਜੀ ਬਸ ਆਹੀ ਦੁੱਖ ਨੇ ਸਾਡੇ ਦੀਪ ਵਿੱਚ, ਤੇ ਬਾਕੀ ਸਾਰੇ ਸੁੱਖ ਸਾਡੇ ਨਗਰ ਸਾਡੇ ਦੀਪ ਵਿੱਚ ਮੌਜੂਦ ਨੇ। ਐਸਾ ਕੋਈ ਸੁੱਖ ਨਹੀਂ ਜਿਹੜਾ ਸਾਡੇ ਦੀਪ ਵਿੱਚ ਨਾ ਹੋਵੇ। ਔਰ ਸੱਚਮੁੱਚ ਜੇ ਅਸੀਂ ਕਹਿ ਲਈਏ ਵੀ ਇਹ ਸਾਡੇ ਇਸ ਸਮਾਜ ਦੇ ਹਾਲਾਤ ਗੁਰੂ ਸਾਹਿਬ ਦੇ ਸਾਹਮਣੇ ਵਰਣਨ ਕਰ ਰਹੇ ਤੇ ਕੋਈ ਅਤਕਥਨੀ ਨਹੀਂ। ਅੱਜ ਕਿਹੜਾ ਸੁੱਖ ਹੈ ਜਿਹੜਾ ਸਾਡੇ ਕੋਲ ਨਹੀਂ, ਪਰ ਅਸੀਂ ਦੁਖੀ ਕਿਉਂ ਹੈ? ਵੱਡੇ ਨੂੰ ਵੇਖ ਕੇ। ਜੇ ਅੱਜ ਅਸੀਂ ਦੁਖੀ ਹਾਂ ਤੇ ਕਿਉਂ ਆ? ਆਪਣੇ ਤੋਂ ਛੋਟੇ ਨੂੰ ਵੇਖ ਕੇ ਸਾਨੂੰ ਹੰਕਾਰ ਹੀ ਦੁਖੀ ਕਰੀ ਜਾਂਦਾ ਹੈ, ਤੇ ਆਪਣੇ ਬਰਾਬਰ ਵਾਲੇ ਨੂੰ ਵੇਖ ਕੇ ਇਕੁਅਲ ਵੇਖ ਕੇ ਆਪਣੇ ਤੇ ਅਸੀਂ ਉਹਨੂੰ ਖਿੰਚੋ ਤਾਣ ਕਰੀ ਜਾਂਦੇ ਆ ਵੀ ਇਹਨੂੰ ਹੇਠਾਂ ਸੁੱਟੀ। ਜ਼ੋਰ ਤੇ ਸਾਡਾ ਇਹਨਾਂ ਕੰਮਾਂ 'ਚ ਲੱਗਾ ਹੋਇਆ ਹੈ। ਕਿਸੇ ਪ੍ਰਕਾਰ ਸੁੱਖ ਆਇਆ
ਚਾਹੀਦਾ ਤੇ ਇਹ ਸੀ ਆਪਣੇ ਤੋਂ ਵੱਡੇ ਨੂੰ ਵੇਖਦੇ, ਆਪਣੇ ਵੱਲ ਹੱਥ ਮਾਰੀ ਤੇ ਗੁਰੂ ਦਾ ਸ਼ੁਕਰਾਨਾ ਕਰਦੇ ਵੀ ਸਤਿਗੁਰੂ ਜੀਓ ਜਿੰਨਾ ਦਿੱਤਾ ਅਸੀਂ ਤੇ ਇਹਦੇ ਕਾਬਲ ਵੀ ਨਹੀਂ ਆ। ਤੇ ਜੇ ਆਪਣੇ ਤੋਂ ਛੋਟੇ ਨੂੰ ਵੇਖਿਆ ਤੇ ਫਿਰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਵੀ ਮਾਲਕ ਜੀਓ ਮੇਰੇ ਤੋਂ ਨੀਵੇਂ ਵੀ ਬੜੇ ਪਏ ਨੇ, ਪਰ ਆਪ ਜੀ ਨੇ ਮੇਰੇ ਉੱਤੇ ਬਖਸ਼ਿਸ਼ ਕੀਤੀ, ਮੈਨੂੰ ਇਹਨਾਂ ਤੋਂ ਕਾਬਲ ਬਣਾਇਆ। ਤੇ ਜੇ ਮੇਰੇ ਬਰਾਬਰ ਦਾ ਕੋਈ ਆਇਆ ਤੇ ਮੈਂ ਗੁਰੂ ਦਾ ਸ਼ੁਕਰਾਨਾ ਫੇਰ ਕਰਦਾ ਵੀ ਸਤਿਗੁਰੂ ਜੀਓ ਤੁਹਾਡਾ ਸ਼ੁਕਰ ਹੈ ਵੀ ਆਪ ਜੀ ਨੇ ਸਮਤਾ ਰੱਖੀ ਹੈ, ਆਪ ਜੀ ਨੇ ਕਿਸੇ ਨਾਲ ਵਿਤਕਰਾ ਨਹੀਂ ਰੱਖਿਆ। ਜਿੱਥੇ ਆਪ ਜੀ ਨੇ ਮੇਰੀ ਝੋਲੀ ਵਿੱਚ ਦਾਤ ਪਾਈ ਹੈ ਉੱਥੇ ਆਪ ਜੀ ਨੇ ਇਸ ਮਨੁੱਖ ਨੂੰ ਵੀ ਦੇ ਕੇ ਨਿਵਾਜਿਆ। ਇਹ ਤੇ ਸੀ ਪ੍ਰੇਮ ਭਾਵਨਾ ਵਾਲੀ ਅਵਸਥਾ, ਜਿੱਥੇ ਜਾ ਕੇ ਜੀਵ ਆਨੰਦ ਦੇ ਨਾਲ ਸੁੱਖ ਨਾਲ ਭਰ ਜਾਂਦਾ ਹੈ। ਪਰ ਜਦੋਂ ਇਹਦੇ ਤੋਂ ਬਿਲਕੁਲ ਉਲਟ ਜੋ ਜ਼ਿਕਰ ਇੱਥੇ ਕਰ ਰਹੇ, ਈਰਖਾ ਹਮੇਸ਼ਾ ਦੁਖੀ ਕਰੇਗੀ, ਹੰਕਾਰ ਹਮੇਸ਼ਾ ਦੁਖੀ ਕਰੇਗਾ ਤੇ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਭਾਵਨਾ ਕਦੇ ਸੁੱਖ ਨਹੀਂ ਦਿੰਦੀ, ਦੂਜੇ ਨੂੰ ਮਾੜਾ ਦਿਖਾਉਣ ਦੀ ਭਾਵਨਾ ਵੀ ਸਾਨੂੰ ਹਮੇਸ਼ਾ ਦੁੱਖ ਹੀ ਦਿੰਦੀ ਹੈ। ਤੇ ਸਾਹਿਬ ਜੀ ਨੂੰ ਆਖਦੇ ਉਹ ਮਨੁੱਖ ਕਹਿੰਦੇ ਮਾਲਕ ਜੀ ਬਸ ਆਹੀ ਦੁੱਖ ਨੇ ਜੀ ਤਿੰਨ ਸਾਡੇ ਦੀਪ ਵਿੱਚ, ਬਾਕੀ ਤੇ ਸਾਰੇ ਸੁੱਖ ਸਾਡੇ ਕੋਲ ਮੌਜੂਦ ਹਨ। ਸੁਣ ਕੇ ਬੋਲੇ ਕਿਰਪਾ ਨਿਧਾਨ ਬਚਨ ਕਮਾਰੇ ਕਰੋ ਪ੍ਰਬੰਧ। ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਦੁੱਖ ਸੁਣੇ, ਸੁਣ ਕੇ ਦੁੱਖ ਤੇ ਮਾਲਕ ਦੀ ਕਿਰਪਾ ਨਿਧਾਨ ਸਤਿਗੁਰੂ ਜੀ ਬੋਲੇ ਤੇ ਬੋਲਦਿਆਂ ਹੋਇਆ ਮਾਲਕ ਪਾਤਸ਼ਾਹ ਕਹਿੰਦੇ ਵੀ ਜੇ ਹੁਣ ਤੁਸੀਂ ਸੁੱਖ ਚਾਹੁੰਦੇ ਹੋ ਵੀ ਤੁਹਾਡਾ ਇਹਨਾਂ ਦੁੱਖਾਂ ਤੋਂ ਛੁਟਕਾਰਾ ਹੋਵੇ ਤੇ ਫਿਰ ਸਾਡੇ ਬਚਨ ਚੰਗੀ ਤਰ੍ਹਾਂ ਸੁਣੋ ਤੇ ਉਹਨਾਂ ਬਚਨਾਂ ਨੂੰ ਸੁਣ ਕੇ ਚੰਗੀ ਤਰ੍ਹਾਂ ਮੰਨਣਾ ਕਰੋ। ਇਹ ਨਤੀ ਦੁਖ ਜਾਏ ਭਲਾਈ ਸਦਾ ਆਨੰਦ ਰਹੇ ਤੁਮਤਾਈ। ਸਾਡੇ ਬਚਨਾਂ ਨੂੰ ਚੰਗੀ ਤਰ੍ਹਾਂ ਸੁਣ ਕੇ ਮੰਨੋਗੇ ਨਾ ਤੇ ਇਹ ਤਿੰਨੋਂ ਦੁੱਖ ਤੁਹਾਡੀ ਜ਼ਿੰਦਗੀ ਚੋਂ ਭਲਾਈ ਮਤਲਬ ਚਲੇ ਜਾਣਗੇ, ਮਤਲਬ ਤਿੰਨੋਂ ਦੇ ਤਿੰਨੋਂ ਦੁੱਖ ਤੁਹਾਡੀ ਜ਼ਿੰਦਗੀ ਚੋਂ ਨਾਸ਼ ਹੋ ਜਾਣਗੇ ਔਰ ਤੁਹਾਡੀਆਂ ਜ਼ਿੰਦਗੀਆਂ ਵਿੱਚ ਸਦੀਵ ਆਨੰਦ ਬਣਿਆ ਰਹੇਗਾ। ਬੂਝਣ ਲੱਗੇ ਸੇ ਨਰ ਕਰ ਬੰਦੇ ਦੇਹ ਸੀਖ ਜਿਵ ਸਦਾ ਆਨੰਦੇ। ਕਿਸੇ ਨੂੰ ਆਖਿਆ ਹੋਵੇ ਵੀ ਤੇਰੀ ਜ਼ਿੰਦਗੀ ਵਿੱਚ ਸੁੱਖ ਆ ਜਾਣਗੇ, ਦੁੱਖ ਸਦਾ ਲਈ ਮੁੱਕ ਜਾਣਗੇ, ਉਹਨੂੰ ਕਿੱਥੇ ਸਬਰ ਆਉਣਾ? ਉਹਦੇ ਹੱਥ ਜੋੜ ਕੇ ਆਖੇਗਾ ਵੀ ਤਰੀਕਾ ਦੱਸੋ ਜੀ ਕੀ ਹੈ। ਇਸੇ ਤਰ੍ਹਾਂ ਉਹਨਾਂ ਮਨੁੱਖਾਂ ਵੀ ਹੱਥ ਜੋੜ ਲਏ, ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਵੀ ਜਿੱਥੇ ਆਪ ਜੀ ਆਖ ਰਹੇ ਹੋ ਵੀ ਜ਼ਿੰਦਗੀਆਂ ਵਿੱਚ ਸਦੀਵ ਆਨੰਦ ਬਣ ਜਾਏਗਾ ਤੇ ਇਹ ਤਿੰਨੋਂ ਦੁੱਖ ਭਲਾਈ ਚਲੇ ਜਾਣਗੇ, ਆਪ ਜੀ ਕਿਰਪਾ ਕਰਕੇ ਦੱਸੋ ਹੁਣ ਫਿਰ ਐਸੀ ਸਿੱਖਿਆ ਸਾਡੀ ਝੋਲੀ ਵਿੱਚ ਪਾਓ, ਐਸਾ ਉਪਦੇਸ਼ ਸਾਨੂੰ ਦਿਓ ਜਿਸ ਉਪਦੇਸ਼ ਦੇ ਸਦਕਾ ਸਾਡੀ ਜ਼ਿੰਦਗੀ ਦੇ ਅੰਦਰ ਸਦੀਵ ਆਨੰਦ ਬਣਿਆ ਰਹੇ। ਸਰਬ ਵਿਖੇ ਇਕ ਰਾਮ ਗਏ ਰਾਮ ਬਿਨਾ ਨ ਕੋਏ। ਸਤਿਗੁਰੂ ਕਹਿੰਦੇ ਸਭ ਤੋਂ ਪਹਿਲਾਂ ਤੇ ਆਪਣੇ ਹਿਰਦਿਆਂ ਅੰਦਰ ਇਹ ਬਾਤ ਪੱਕੀ ਕਰ ਲਓ ਵੀ ਸਰਬ ਵਿਖੇ ਇੱਕ ਰਾਮ ਹੈ, ਸਾਰਿਆਂ ਦੇ ਵਿੱਚ ਇੱਕ ਪਰਮੇਸ਼ਵਰ ਹੈ, ਇੱਕ ਪਰਮੇਸ਼ਵਰ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਪਹਿਲਾਂ ਤੇ ਆਪਣੇ ਮਨਾਂ ਅੰਦਰ ਆਪਣੇ ਹਿਰਦਿਆਂ ਦੇ ਵਿੱਚ ਆਪਣੀ ਮਤ ਦੇ ਅੰਦਰ ਇਹ ਬਾਤ ਪੱਕੀ ਕਰੋ ਵੀ ਸਾਰਿਆਂ ਵਿੱਚ ਇੱਕ ਪਰਮੇਸ਼ਵਰ ਵਸਿਆ ਹੈ, ਪਰਮੇਸ਼ਵਰ ਤੋਂ ਬਿਨਾਂ ਦੂਜੀ ਕੋਈ ਤਾਕਤ ਤੇ ਕੋਈ ਸੱਤਾ ਨਹੀਂ ਹੈ। ਜਿਹਨੂੰ ਆਪਾਂ ਪਾਵਨ ਬਾਣੀ ਚ ਪੜ੍ਹਦੇ ਹਾਂ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ। ਬਸ ਇਸ ਅਵਸਥਾ ਨੂੰ ਇਸ ਹਾਲਾਤ ਨੂੰ ਜਾਂ ਇਸ ਬਾਤ ਨੂੰ ਆਪਣੇ ਮਨ ਅੰਦਰ ਸਭ ਤੋਂ ਪਹਿਲਾਂ ਪੱਕਿਆਂ ਕਰੋ। ਐਸੇ ਜਬ ਉਰ ਮੈਂ ਲਕੋ ਦ્વੈਤ ਨ ਕਬਹੂ ਹੋਏ। ਕਹਿੰਦੇ ਜਦੋਂ ਇਹ ਅਵਸਥਾ ਆਪ ਜੀ ਹਿਰਦਿਆਂ ਦੀ ਬਣਾ ਲਓਗੇ, ਇਸ ਬਾਤ ਨੂੰ ਆਪ ਜੀ ਸਮਝ ਲਓਗੇ ਵੀ ਸਾਰਿਆਂ ਵਿੱਚ ਰਾਮ ਜੀ ਬੈਠੇ ਨੇ, ਪਰਮੇਸ਼ਵਰ ਜੀ ਬੈਠੇ ਨੇ, ਸਭਨਾਂ ਵਿੱਚ ਉਸੇ ਮਾਲਕ ਦੀ ਸੱਤਾ ਹੈ। ਜਦੋਂ ਇਸ ਗੱਲ ਨੂੰ ਸਮਝ ਲਓਗੇ ਨਾ ਫਿਰ ਕਦੇ ਵੀ ਮਨ ਅੰਦਰ ਦ્વੈਤ ਭਾਵਨਾ ਨਹੀਂ ਆਏਗੀ, ਕਦੇ ਵੀ ਮਨ ਅੰਦਰ ਈਰਖਾ ਨਹੀਂ ਆਏਗੀ ਜੇ ਆਪ ਜੀ ਇਸ ਨੂੰ ਸਮਝ ਲਵੋ। ਦ੍ਰਿੜ ਮਨ ਮੈਂ ਇਸ ਵਿਦ ਜਬ ਹੋਊ ਤਬ ਪੁਨ ਦੁਖ ਨਾ ਵਿਆਪਾ ਕਹੂ। ਜਦੋਂ ਮਨ ਇਸ ਵਿਧੀ ਨਾਲ ਦ੍ਰਿੜ ਆਪ ਜੀ ਕਰ ਲਓਗੇ ਮਤਲਬ ਮਨ ਦ੍ਰਿੜ ਹੋ ਜਾਏਗਾ, ਮਨ ਟਿਕ ਜਾਏਗਾ। ਇਸ ਬਾਤ ਨੂੰ ਪੱਕਿਆਂ ਕਰਕੇ ਜਦੋਂ ਆਪਣੇ ਮਨ ਵਿੱਚ ਜਾਣ ਲਓਗੇ ਤੇ ਕਦੇ ਵੀ ਦੁੱਖ ਜਿਹੜਾ ਉਹ ਨਹੀਂ ਵਿਆਪੇਗਾ। ਸਤਨਾਮ ਕੋ ਜਪ ਜਪੀਜੈ ਸਤਿਗੁਰ ਸਿਮਰੇ ਤੇ ਹਵਲ ਕੀਜੈ। ਫਿਰ ਦੂਜਾ ਗੁਣ ਆਪਣੀ ਜ਼ਿੰਦਗੀ ਵਿੱਚ ਅਪਣਾਓ ਕਿ ਹਮੇਸ਼ਾ ਅਕਾਲ ਪੁਰਖ ਜੀ ਕੇ ਚਿੰਤਨ ਵਿੱਚ ਜੁੜੋ, ਉਹਦੀ ਬੰਦਗੀ ਵਿੱਚ ਜੁੜੋ ਔਰ ਉਹਦੀ ਬੰਦਗੀ ਵਿੱਚ ਜੁੜਦਿਆਂ ਹੋਇਆਂ ਨਿਤਾ ਪ੍ਰਤੀ ਉਹਦੀ ਸੰਗਤ ਵਿੱਚ ਜੁੜੋ, ਗੁਰੂ ਕੇ ਗਿਆਨ ਨੂੰ ਕਮਾਵੋ ਔਰ ਤੇ ਹਵਲ ਮਤਲਬ ਸਮਰੱਥਾ ਦੇ ਮੁਤਾਬਕ ਜਿਹੜਾ ਦੇਗ ਹੈ ਉਹ ਤਿਆਰ ਕਰੋ। ਤੇ ਹਵਲ ਇੱਥੇ ਆਪਾਂ ਕੜਾ ਪ੍ਰਸ਼ਾਦ ਕਹਿ ਸਕਦੇ ਹਾਂ, ਮਿਹਨਤਾਂ ਪ੍ਰਤੀ ਪ੍ਰਸ਼ਾਦ ਕੜਾ ਪ੍ਰਸ਼ਾਦ ਤਿਆਰ ਕਰਕੇ ਤੇ ਉਹਨੂੰ ਵਰਤਾਉਣਾ ਕਰੋ, ਆਪ ਵੀ ਛਕਣਾ ਕਰੋ। ਇਹਨੂੰ ਦੂਸਰੇ ਰੂਪ ਵਿੱਚ ਕਹਿ ਲਈਏ ਵੀ ਸਮਰੱਥਾ ਮੁਤਾਬਕ ਗੁਰੂ ਕੇ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਵਰਤਾਓ ਔਰ ਉਹਨਾਂ ਦੀ ਮਦਦ ਉਹਨਾਂ ਦੀ ਸਹਾਇਤਾ ਕਰੋ। ਕਰ ਅਰਦਾਸ ਸਿਕਨ ਮੁਖ ਪਾਵ ਤਬ ਤੁ ਵਿਦਾ ਉਰੇ ਸਕਲ ਨ ਸਭ। ਔਰ ਫਿਰ ਉਹ ਜਿਹੜਾ ਤੇ ਹਵਲ ਤਿਆਰ ਕੀਤਾ ਹੈ ਗੁਰੂ ਚਰਨਾਂ ਵਿੱਚ ਕਰੋ ਅਰਦਾਸ ਕਰਕੇ ਤੇ ਮਨੁੱਖਾਂ ਨੂੰ ਛਕਾਉਣਾ ਕਰੋ। ਜਦੋਂ ਮਨੁੱਖਾਂ ਨੂੰ ਛਕਾਵੋਗੇ ਫਿਰ ਕੀ ਹੋਏਗਾ ਵੀ ਤੁਹਾਡੇ ਹਿਰਦੇ ਦੀਆਂ ਸਾਰੀਆਂ ਦੁਵਿਧਾਵਾਂ ਜਿਹੜੀਆਂ ਨੇ ਦੁਚਿੱਤੇਪਨ ਜਿੰਨੇ ਨੇ ਉਹ ਸਾਰੇ ਦੇ ਸਾਰੇ ਨਾਸ਼ ਹੋ ਜਾਣਗੇ। ਮ੍ਰਿਦਲ ਬਚਨ ਇਸ ਵਿਦ ਗੁਣ ਕੇ ਪਏ ਸੇ ਨਰਸਿਕ ਸਰਦਾ ਤਰਕੇ। ਜਦੋਂ ਇੰਨੇ ਮਿਠਾਸ ਭਰੇ ਬਚਨ ਗੁਰੂ ਨਾਨਕ ਸਾਹਿਬ ਜੀ ਕੇ ਸੁਣੇ ਉਹ ਸਿੱਖ ਸੁਣ ਕੇ ਬਹੁਤ ਜ਼ਿਆਦਾ ਜਿੰਨੇ ਵੀ ਉੱਥੇ ਮਨੁੱਖ ਮੌਜੂਦ ਸਨ ਸੁਣ ਕੇ ਬੜੇ ਪ੍ਰਸੰਨ ਹੋਏ। ਗੁਰੂ ਪਾਤਸ਼ਾਹ ਜੀ ਕੇ ਮਿਠਾਸ ਭਰੇ ਬਚਨਾਂ ਨੂੰ ਸੁਣ ਕੇ ਬਹੁਤ ਖੁਸ਼ ਹੁੰਦੇ ਨੇ ਉਹ ਔਰ ਉਹਨਾਂ ਸਾਰਿਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਮਾਲਕ ਜੀ ਦਾ ਉਪਦੇਸ਼ ਗ੍ਰਹਿਣ ਕੀਤਾ ਔਰ ਸਤਿਗੁਰੂ ਜੀ ਕੀ ਸਿੱਖੀ ਨੂੰ ਧਾਰਨ ਕਰਦੇ ਹਨ। ਕੇਤਿਕ ਦਿਵਸ ਤੇ ਡੇਰਾ ਰੱਖਿਓ ਐਗ੍ਰਿਜ ਗਮਨ ਬੋਲ ਅਭਿ ਲਖਿਓ। ਕੁਝ ਕੁ ਸਮਾਂ ਗੁਰੂ ਨਾਨਕ ਸਾਹਿਬ ਜੀ ਨੇ ਉਸ ਪਲਕਸ਼ ਦੀਪ ਅੰਦਰ ਆਪਣਾ ਟਿਕਾਣਾ ਰੱਖਿਆ, ਉੱਥੋਂ ਫਿਰ ਅਗਾਂਹ ਚੱਲਣ ਦੇ ਵਾਸਤੇ ਸਤਿਗੁਰੂ ਜੀ ਤਿਆਰੀ ਕਰਦੇ ਹਨ। ਦ્વੈ ਲਖ ਜੋਜਨ ਦੀਪ ਬੇਸਾਲਾ ਉਲੰਘ ਗਏ ਸਗਰੋ ਤਤਕਾਲ। ਉੱਥੋਂ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਅਗਲੇ ਦੀਪ ਦੇ ਅੰਦਰ ਅਗਲੇ ਦੀਪ ਵੱਲ ਚਾਲੇ ਪਾਉਂਦੇ ਨੇ ਤੇ ਫਿਰ ਗੁਰੂ ਸਾਹਿਬ ਜੀ ਨੇ ਕਾਫੀ ਲੰਮਾ ਪੈਂਡਾ ਤੈਅ ਕੀਤਾ। ਲੰਮਾ ਪੈਂਡਾ ਤੈਅ ਕਰਨ ਤੋਂ ਬਾਅਦ ਵਿੱਚ ਸਤਿਗੁਰੂ ਜੀ ਅਗਲੇ ਦੀਪ ਦੇ ਅੰਦਰ ਪ੍ਰਵੇਸ਼ ਕਰਦੇ ਹਨ। ਸ਼ਾਲਮਲੀ ਸੋ ਦੀਪ ਸੁਹਾਵਾ ਸਿਮਲ ਬਿਕ ਨਾਮ ਤੇ ਪਾਵਾ। ਇਹ ਜਿਹੜਾ ਦੀਪ ਹੈ ਇਹਦਾ ਨਾਮ ਸ਼ਾਲਮਲੀ ਕਰਕੇ ਲਿਖਿਆ ਇਤਿਹਾਸ ਨੇ। ਇਹਦਾ ਨਾਮ ਜਿਹੜਾ ਉਹ ਸਿਮਲ ਰੁੱਖ ਤੋਂ ਪਿਆ, ਸਿਮਲ ਰੁੱਖ ਤੋਂ ਸ਼ਾਲਮਲੀ ਨਾਮ ਜਿਹੜਾ ਇਹ ਦੀਪ ਦਾ ਰੱਖਿਆ ਗਿਆ ਹੈ। ਬੈਠੇ ਨਗਰ ਵਿਖੇ ਗੁਰਜਾਈ ਨਰ ਆਏ ਮਿਲ ਬੋਤੇ ਥਾਈ। ਜਦੋਂ ਸਤਿਗੁਰੂ ਜੀ ਇਸ ਸ਼ਾਲਮਲੀ ਦੀਪ ਦੇ ਅੰਦਰ ਪ੍ਰਵੇਸ਼ ਕਰਦੇ ਨੇ ਮਾਲਕ ਜੀ ਜਾ ਕੇ ਆਪਣਾ ਟਿਕਾਣਾ ਕਰਦੇ ਤੇ ਦੀਪ ਦੇ ਮਨੁੱਖ ਇਕੱਠੇ ਹੋ ਕੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਉਂਦੇ ਹਨ। ਬੰਦਨ ਕਰ ਡਿਗ ਬੈਠੀ ਪੁੰਨ ਨਿਜ ਜਾਏ ਆਵਾਸ। ਉਹ ਸਾਰੇ ਦੇ ਸਾਰੇ ਨਾ ਗੁਰੂ ਸਾਹਿਬ ਕੋਲ ਆਏ, ਉਹਨਾਂ ਬੰਦਨਾ ਕੀਤੀ ਤੇ ਬੰਦਨਾ ਕਰਕੇ ਤੇ ਵਾਪਸ ਆਪਣੇ ਆਪਣੇ ਘਰਾਂ ਨੂੰ ਆਪਣੇ ਨਗਰ ਨੂੰ ਪਰਤ ਗਏ। ਆਨ ਦੀਪ ਕੋ ਸੰਤ ਗਏ ਸੁਧ ਹੋਈ ਨਿਰਪ ਪਾਸ। ਔਰ ਉਹਨਾਂ ਨੇ ਜਾ ਕੇ ਰਾਜੇ ਨੂੰ ਖਬਰ ਦਿੱਤੀ। ਰਾਜੇ ਤੱਕ ਖਬਰ ਇਹ ਪਹੁੰਚੀ ਹੈ ਵੀ ਕਿਸੇ ਹੋਰ ਦੀਪ ਤੋਂ ਨਾ ਇੱਕ ਸ਼ੁਭ ਗੁਣਾਂ ਦੇ ਮਾਲਕ ਪਰਮੇਸ਼ਵਰ ਸਰੂਪ ਸੰਤ ਰੂਪ ਜੀ ਚੱਲ ਕੇ ਆਏ ਨੇ। ਇਹ ਖਬਰ ਜਦੋਂ ਉਸ ਸ਼ਾਲਮਲੀ ਨਾਮ ਦੇ ਦੀਪ ਦੇ ਰਾਜੇ ਕੋਲ ਪਹੁੰਚਦੀ ਹੈ ਤੇ ਉਹ ਰਾਜਾ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਂਦਾ ਹੈ। ਉਤਮ ਬਹੁਤ ਉਪਾਇ ਨ ਲਿਆਇਓ ਆਏ ਗੁਰੂ ਪਗ ਸੀਸ ਨਿਭਾਇਓ। ਉਹ ਆਪਣੇ ਨਾਲ ਕਈ ਤਰ੍ਹਾਂ ਦੀਆਂ ਉੱਤਮ ਭੇਟਾਵਾਂ ਲੈ ਕੇ ਆਉਂਦਾ ਹੈ। ਭੇਟਾਵਾਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਕੋਲ ਆਇਆ ਤੇ ਆ ਕੇ ਉਹਨੇ ਸਾਹਿਬ ਦੇ ਚਰਨਾਂ ਦੇ ਉੱਤੇ ਸੀਸ ਨਿਵਾਉਣਾ ਕੀਤਾ। ਬੈਠਿਓ ਜਬ ਪ੍ਰਭ ਬਚਨ ਬਖਾਨਾ ਲੈ ਜਾਬੋ ਇਹ ਭੇਟ ਲੈ ਜਾਣਾ। ਔਰ ਜਦੋਂ ਉਹਨੇ ਜਾ ਕੇ ਸਾਹਿਬ ਅੱਗੇ ਭੇਟਾਵਾਂ ਰੱਖੀਆਂ ਨਮਸਕਾਰ ਕਰਕੇ ਕੋਲੇ ਬਹਿ ਗਿਆ। ਸਤਿਗੁਰੂ ਜੀ ਨੇ ਭੇਟਾਵਾਂ ਵੱਲ ਵੇਖਦਿਆਂ ਰਾਜੇ ਨੂੰ ਸੰਬੋਧਨ ਕੀਤਾ ਕਿ ਰਾਜਨ ਇਦਾਂ ਕਰ ਵੀ ਜਿਹੜੀਆਂ ਭੇਟਾਵਾਂ ਸਾਡੇ ਅੱਗੇ ਰੱਖੀਆਂ ਨੇ ਇਹਨਾਂ ਨੂੰ ਚੁੱਕ ਕੇ ਲੈ ਜਾ ਵੀ ਇਹਨਾਂ ਭੇਟਾਵਾਂ ਦੀ ਸਾਨੂੰ ਲੋੜ ਨਹੀਂ ਹੈ। ਕਛ ਨਾ ਹਮਾਰੇ ਆਵੇ ਕਾਜੂ ਨਾਮ ਨਾ ਜਪੋ ਜਨਮ ਕੇ ਲਾਜੂ। ਵੀ ਇਹਨਾਂ ਵਿੱਚੋਂ ਕੁਝ ਵੀ ਸਾਡੇ ਕੰਮ ਦਾ ਨਹੀਂ ਹੈ, ਨਾ ਹੀ ਸਾਨੂੰ ਇਹਨਾਂ ਵਸਤੂਆਂ ਦੀ ਲੋੜ ਹੈ ਵੀ ਚੁੱਕ ਕੇ ਲੈ ਜਾ, ਸਾਨੂੰ ਤੇਰੀਆਂ ਵਸਤੂਆਂ ਨਹੀਂ ਚਾਹੀਦੀਆਂ। ਹੁਣ ਰਾਜਾ ਹੋਵੇ ਪ੍ਰੇਮ ਨਾਲ ਭੇਟਾਵਾਂ ਲੈ ਕੇ ਆਇਆ ਹੋਵੇ ਤੇ ਅੱਗੋਂ ਗੁਰੂ ਸਾਹਿਬ ਕਹਿਣ ਵੀ ਚੁੱਕ ਕੇ ਲੈ ਜਾ ਸਾਨੂੰ ਨਹੀਂ ਲੋੜ। ਉਹ ਰਾਜਾ ਬੜਾ ਹੈਰਾਨ
ਵੀ ਇਹ ਪਹਿਲਾ ਐਸਾ ਸੰਤ ਰੂਪ ਵੇਖਿਆ ਵੀ ਜਿਹੜਾ ਭੇਟਾਵਾਂ ਤੋਂ ਇਨਕਾਰੀ ਹੋਇਆ ਹੈ। ਉਹਨੇ ਸਵਾਲ ਕਰ ਲਿਆ ਵੀ ਮਾਲਕ ਜੀ ਉਹ ਕੀ ਹੋਇਆ ਵੀ ਮੈਂ ਬੜੇ ਪ੍ਰੇਮ ਨਾਲ ਸਤਿਕਾਰ ਨਾਲ ਪਿਆਰ ਨਾਲ ਆਪ ਜੀ ਕੋਲ ਭੇਟਾਵਾਂ ਲੈ ਕੇ ਆਇਆ, ਆਪ ਜੀ ਪ੍ਰਵਾਨ ਕਰੋ। ਤੇ ਮਾਲਕ ਪਾਤਸ਼ਾਹ ਨੇ ਜਵਾਬ ਦਿੰਦੇ ਆਖਿਆ ਕਹਿੰਦੇ ਰਾਜਨ ਵੀ ਨਹੀਂ, ਸਾਨੂੰ ਤੇਰੀਆਂ ਇਹ ਭੇਟਾਵਾਂ ਪ੍ਰਵਾਨ ਨਹੀਂ, ਕਿਉਂਕਿ ਤੂੰ ਆਪਣੇ ਜਨਮ ਨੂੰ ਲਾਜ ਲਾਈ ਹੈ, ਤੂੰ ਆਪਣੇ ਮਨੁੱਖਾ ਜਨਮ ਨੂੰ ਦਾਗ ਲਾਇਆ ਹੈ ਵੀ ਤੂੰ ਆਪਣੇ ਮਨੁੱਖਾ ਜਨਮ ਦੇ ਅੰਦਰ ਅਕਾਲ ਪੁਰਖ ਜੀ ਦੀ ਬੰਦਗੀ ਨਹੀਂ ਕੀਤੀ। ਇਸ ਤੋਂ ਵੱਡਾ ਭੈੜਾ ਕਰਮ ਹੋਰ ਕੀ ਹੋ ਸਕਦਾ ਹੈ ਵੀ ਤੂੰ ਆਪਣੇ ਮਨੁੱਖਾ ਜਨਮ ਉੱਤੇ ਦਾਗ ਲਾਉਣਾ ਕੀਤਾ ਹੈ। हाथ जोड़ कर भूपो चारे ने जो उपदेश दे हम तारे। ਉਹ ਰਾਜਾ ਬੜਾ ਹੈਰਾਨ ਹੋਇਆ ਔਰ ਰਾਜੇ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਵੀ ਮਾਲਕ ਜੀ ਹੁਣ ਕਿਰਪਾ ਕਰੋ ਵੀ ਜਿੰਨਾ ਜੀਵਨ ਲੰਘ ਗਿਆ ਉਸ ਬਾਰੇ ਮੈਂ ਕੁਝ ਕਰ ਨਹੀਂ ਸਕਦਾ, ਵੀ ਆਪ ਜੀ ਕਿਰਪਾ ਕਰਕੇ ਜਿਹੜਾ ਬਾਕੀ ਜੀਵਨ ਹੈ ਉਹਨੂੰ ਆਪਣੇ ਉਪਦੇਸ਼ ਮੁਤਾਬਕ ਜਿਉਣ ਦੀ ਸਮਰੱਥਾ ਦਿਓ। ਆਪ ਜੀ ਕਿਰਪਾ ਕਰਕੇ ਐਸਾ ਉਪਦੇਸ਼ ਬਖਸ਼ਿਸ਼ ਕਰੋ ਜਿਸ ਉਪਦੇਸ਼ ਸਦਕਾ ਮੈਂ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਾਂ। ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਦਾ ਹੋਇਆ ਆਪ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ ਆਪ ਜੀ ਦੇ ਉਪਦੇਸ਼ ਅਨੁਸਾਰ ਹੀ ਜੀਵਨ ਜਿਉਵਾਂ। तुम हो संत परमेश्वर रूपा सब ते महिमा अधिक अनुपा। ਤੁਸੀਂ ਹੋ ਪਰਮੇਸ਼ਵਰ ਰੂਪ ਸੰਤ, ਮਤਲਬ ਆਪ ਜੀ ਰੱਬ ਦਾ ਰੂਪ ਹੋ, ਸ਼ੁਭ ਗੁਣਾਂ ਦੇ ਆਪ ਜੀ ਮਾਲਕ ਹੋ ਤੇ ਆਪ ਜੀ ਦੀ ਮਹਿਮਾ ਸਭ ਤੋਂ ਅਧਿਕ ਜਾਣੀ ਹੈ ਤੇ ਕਿਸੇ ਪ੍ਰਕਾਰ ਵੀ ਆਪ ਜੀ ਦੀ ਉਪਮਾ ਆਪ ਜੀ ਦੀ ਵਡਿਆਈ ਕੀਤੀ ਨਹੀਂ ਜਾ ਸਕਦੀ। की न बिके बो के बड़ियाई तब श्री नानक गिरा गलाई। ਉਹਨੇ ਬਹੁਤ ਵਡਿਆਈ ਗੁਰੂ ਨਾਨਕ ਸਾਹਿਬ ਜੀ ਕੀ ਕੀਤੀ, ਬੜਾ ਦੀਨ ਹੋ ਕੇ ਗੁਰੂ ਨਾਨਕ ਸਾਹਿਬ ਕੋਲੋਂ ਉਪਦੇਸ਼ ਮੰਗਦਾ ਹੈ। ਜਦੋਂ ਰਾਜੇ ਨੇ ਦੀਨ ਹੋ ਕੇ ਗੁਰੂ ਨਾਨਕ ਸਾਹਿਬ ਕੋਲੋਂ ਉਪਦੇਸ਼ ਮੰਗਿਆ ਤੇ ਮਾਲਕ ਜੀ ਨੇ ਟੁੱਟ ਕੇ ਉਹਦੀ ਦੀਨਤਾ ਨੂੰ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਸਤਿਗੁਰੂ ਜੀ ਉਹਨੂੰ ਉਪਦੇਸ਼ ਦਿੰਦੇ ਨੇ ਤੇ ਉਪਦੇਸ਼ ਦਿੰਦਿਆਂ ਮਾਲਕ ਪਾਤਸ਼ਾਹ ਆਪਣੀ ਮੁਖਾਰ ਬਿੰਤੋਂ ਬਤਨ ਆਖਦੇ ਹਨ। सत नाम को जप मुख करके सदा गुजारे। ਔਰ ਸਤਿਗੁਰੂ ਜੀ ਆਖਦੇ ਕਹਿੰਦੇ ਵੀ ਨਿਤਾ ਪ੍ਰਤੀ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਨਾਮ ਜਿਹੜਾ ਉਹ ਜਪਣਾ ਕਰੋ ਤੇ ਪ੍ਰਭੂ ਜੀ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਕਰੋ। पंचा अमृत गुण करो इत उत नित सुख सारे। ਔਰ ਨਿਤਾ ਪ੍ਰਤੀ ਗੁਰੂ ਦਾ ਉਪਦੇਸ਼ ਆਪਣੇ ਜੀਵਨ ਚ ਕਮਾਉਂਦਿਆਂ ਹੋਇਆਂ ਕੜਾ ਪ੍ਰਸ਼ਾਦ ਤਿਆਰ ਕਰੋ ਔਰ ਤਿਆਰ ਕਰਦਿਆਂ ਹੋਇਆਂ ਸਭਨਾ ਅੰਦਰ ਵਰਤਾਉਣਾ ਕਰੋ ਤੇ ਆਪ ਦਇਆਲਤਾ ਦੇ ਨਾਲ ਸਭਨਾ ਨੂੰ ਲੋੜਵੰਦਾਂ ਦੀ ਸਹਾਇਤਾ ਕਰਦਿਆਂ ਹੋਇਆਂ ਸੁਖ ਨੂੰ ਮੰਨਣਾ ਕਰੋ। माने सतगुर के बचन तबही बहुल भगति दीनी तबही। ਜਦੋਂ ਉਹ ਰਾਜੇ ਨੇ ਸਤਿਗੁਰੂ ਜੀ ਕੇ ਪਾਵਨ ਬਚਨਾਂ ਨੂੰ ਮੰਨਿਆ ਫਿਰ ਮਾਲਕ ਪਾਤਸ਼ਾਹ ਜੀ ਆਪਣਾ ਉਪਦੇਸ਼ ਉਹਨੂੰ ਬਖਸ਼ਿਸ਼ ਕਰਦਿਆਂ ਹੋਇਆਂ ਉਹਦੇ ਉੱਤੇ ਰਹਿਮਤ ਬਤਾਉਂਦੇ ਹਨ। सिख भय बहुते नर आए नाम दान इचनान दृढ़ाए। ਬਹੁਤ ਸਾਰੇ ਮਨੁੱਖ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਆ ਕੇ ਸਾਹਿਬ ਜੀ ਅੱਗੇ ਗੁਰੂ ਪਾਤਸ਼ਾਹ ਜੀ ਦੀ ਸਿੱਖੀ ਦੀ ਮੰਗ ਕੀਤੀ, ਮਤਲਬ ਸਤਿਗੁਰੂ ਜੀ ਕੇ ਉਪਦੇਸ਼ ਦੀ ਮੰਗ ਕੀਤੀ। ਉਹਨਾਂ ਸਭਨਾਂ ਨੇ ਸਤਿਗੁਰੂ ਜੀ ਦੇ ਕੋਲੋਂ ਆ ਕੇ ਸਿੱਖੀ ਦੀ ਦਾਤ ਲਈ ਔਰ ਮਾਲਕ ਪਾਤਸ਼ਾਹ ਨੇ ਸਭਨਾਂ ਨੂੰ ਨਾਮਦਾਨ ਇਸ਼ਨਾਨ ਜਿਹੜਾ ਉਹ ਦ੍ਰਿੜ ਕਰਵਾਇਆ, ਮਤਲਬ ਨਾਮਦਾਨ ਇਸ਼ਨਾਨ ਦੇ ਨਾਲ ਜੁੜਨ ਵਾਸਤੇ ਸਤਿਗੁਰੂ ਜੀ ਨੇ ਸਭਨਾਂ ਨੂੰ ਪ੍ਰੇਰਿਤ ਕੀਤਾ। ਇਸ ਤਰੀਕੇ ਨਾਲ ਮਾਲਕ ਪਾਤਸ਼ਾਹ ਜੀ ਉੱਥੇ ਉਪਦੇਸ਼ ਬਖਸ਼ਦੇ ਨੇ ਔਰ ਕਿਹੜੀ ਕਿਹੜੀ ਸਿੱਖਿਆ ਕਿਹੜਾ ਕਿਹੜਾ ਉਪਦੇਸ਼ ਹੈ ਜੋ ਸਤਿਗੁਰੂ ਜੀ ਕਮਾਉਣ ਵਾਸਤੇ ਆਖਦੇ ਨੇ ਆਪ ਸੰਗਤਾਂ ਅਗਲੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਨਾਲ ਨਾਲ ਆਪਾਂ ਅੱਜ ਦੇ ਇਤਿਹਾਸਕ ਦਿਨ ਨੂੰ ਵੀ ਵਿਚਾਰਦੇ ਚੱਲੀਏ। ਜਿਸ ਵਕਤ ਆਪਾਂ ਗੁਰੂ ਸਾਹਿਬਾਨਾਂ ਜੀ ਦਾ ਜੀਵਨ ਪੜ੍ਹਦੇ ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਜਿਹੜੀ ਹੈ, ਗੁਰੂ ਨਾਨਕ ਜੋਤ ਕਹਿ ਲਓ ਜਾਂ ਗਿਆਨ ਰੂਪੀ ਜੋਤ ਕਹਿ ਲਓ, ਉਹ ਉਮਰ ਦੀ ਮੁਹਤਾਜ ਨਹੀਂ ਹੈ। ਸਭ ਤੋਂ ਵੱਡੀ ਗੱਲ ਉਹ ਬਖਸ਼ਿਸ਼ ਹੈ ਅਕਾਲ ਪੁਰਖ ਪਰਮੇਸ਼ਵਰ ਜੀ ਕੀ, ਜਿਸ ਉੱਤੇ ਮਾਲਕ ਜੀ ਵਰਤਾਉਂਦੇ ਨੇ ਗੁਰੂ ਜੋਤ ਉਹਦੇ ਅੰਦਰ ਟਿਕਦੀ ਹੈ। ਗਿਆਨ ਰੂਪੀ ਜੋਤ ਉਸ ਦੇ ਹਿਰਦੇ ਵਿੱਚ ਸਤਿਗੁਰੂ ਜੀ ਟਿਕਾਉਂਦੇ ਨੇ। ਇਸੇ ਤਰ੍ਹਾਂ ਜਦੋਂ ਆਪਾਂ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਦੀ ਉਮਰ ਸਰੀਰਕ ਤੌਰ ਦੇ ਉੱਤੇ 5 ਸਾਲਾਂ ਦੀ ਹੈ ਤਕਰੀਬਨ, ਜਦੋਂ ਗੁਰੂ ਜੋਤ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਹਰਿ ਰਾਏ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ ਦੇ ਹਿਰਦੇ ਵਿੱਚ ਟਿਕਾਉਂਦੇ ਨੇ। 5 ਸਾਲਾਂ ਦੀ ਉਮਰ ਹੈ ਔਰ ਉਹ ਤੋਂ ਤਕਰੀਬਨ 3 ਸਾਲ ਦਾ ਸਮਾਂ ਜਿਹੜਾ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੋ ਕੇ ਤੇ ਬਤੀਤ ਕਰਦੇ ਨੇ। ਕੇਵਲ ਮੈਂ ਦੋ ਪੱਖ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਰੱਖ ਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚੋਂ ਪੱਖ ਸਾਂਝਾ ਕਰਾਂਗਾ। ਗੁਰੂ ਹਰਿ ਰਾਏ ਪਾਤਸ਼ਾਹ ਜੀ ਜਿਸ ਵਕਤ, ਕਿਉਂਕਿ ਜਿੰਨੇ ਆਪਾਂ ਗੁਰੂ ਸਾਹਿਬਾਨਾਂ ਜੀ ਦਾ ਜੀਵਨ ਪੜ੍ਹਦੇ ਹਾਂ ਨਾ, ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਵਿੱਚ ਜਿਨ੍ਹਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹਾਸਲ ਕੀਤੀ, ਉਹ ਸਾਰੇ ਦੇ ਸਾਰੇ ਗੁਰੂ ਸਾਹਿਬਾਨਾਂ ਦੀ ਪ੍ਰੀਖਿਆ ਹੋਈ ਹੈ। ਭਾਈ ਲਹਿਣਾ ਜੀ ਨੂੰ ਵੀ ਪ੍ਰੀਖਿਆ ਦੇਣੀ ਪਈ, ਗੁਰੂ ਅਮਰਦਾਸ ਸਾਹਿਬ ਵੀ ਪ੍ਰੀਖਿਆ ਦਿੰਦੇ ਨੇ, ਭਾਈ ਜੇਠਾ ਜੀ ਨੇ ਵੀ ਪ੍ਰੀਖਿਆ ਦਿੱਤੀ, ਗੁਰੂ ਅਰਜਨ ਸਾਹਿਬ ਜੀ ਵੀ ਪ੍ਰੀਖਿਆ ਦਿੰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਜੀਵਨ ਅੰਦਰ ਗੁਰੂ ਪਿਤਾ ਜੀ ਦੇ ਉਪਦੇਸ਼ ਨੂੰ ਕਮਾਉਂਦਿਆਂ ਹੋਇਆਂ ਉਹਨਾਂ ਉਪਦੇਸ਼ਾਂ ਤੇ ਖਰੇ ਉਤਰਦੇ ਨੇ। ਇਸੇ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਜੀ ਦੇ ਜੀਵਨ ਵਿੱਚ ਵੀ ਜਦੋਂ ਆਪਾਂ ਉਹਨਾਂ ਦਾ ਜੀਵਨ ਪੜਾਂਗੇ ਤੇ ਆਪਣੇ ਗੁਰੂ ਦਾਦਾ ਜੀ ਦੇ ਉਪਦੇਸ਼ਾਂ ਨੂੰ ਕਮਾਉਣਾ ਵੀ ਇੱਕ ਉਹਨਾਂ ਦੀ ਪ੍ਰੀਖਿਆ ਸੀ। ਇਸੇ ਤਰ੍ਹਾਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਆਂ ਵੀ ਪ੍ਰੀਖਿਆਵਾਂ ਗੁਰੂ ਸਾਹਿਬ ਨੇ ਲਈਆਂ। ਦੋ ਪੱਖ ਰੱਖਣੇ। ਇੱਕ ਵਕਤ ਇੱਕ ਸਿੱਖ ਨੇ ਆ ਕੇ ਧੰਨ ਗੁਰੂ ਹਰਿ ਰਾਏ ਸਾਹਿਬ ਅੱਗੇ ਹੱਥ ਜੋੜ ਕੇ ਅਰਜ਼ੋਈ ਕੀਤੀ ਵੀ ਮਾਲਕ ਪਾਤਸ਼ਾਹ ਜੀ ਆਪ ਜੀ ਦੇ ਦੋਵੇਂ ਸਾਹਿਬਜ਼ਾਦੇ ਸਮਾਧੀ ਵਿੱਚ ਬੈਠੇ ਨੇ। ਉਹ ਸਿਰਫ ਪਰਖ ਵਾਸਤੇ ਸਤਿਗੁਰੂ ਜੀ ਨੇ ਉਸ ਵਕਤ ਉਹ ਸਿੱਖ ਨੂੰ ਆਖਿਆ ਵੀ ਜਾਓ ਜਾ ਕਰਕੇ ਜੇ ਆਪ ਜੀ ਹੁਣ ਪਰਖਣਾ ਚਾਹੁੰਦੇ ਹੋ ਵੀ ਸਮਾਧੀ ਕਿਹੜਾ ਜੋੜ ਕੇ ਬੈਠਾ ਤੇ ਕਿਹੜਾ ਵਿਖਾਵੇ ਵਾਸਤੇ ਬੈਠਾ ਤੇ ਮਾਲਕ ਪਾਤਸ਼ਾਹ ਨੇ ਇੱਕ ਕੰਧੂਈ ਲੈ ਕੇ ਤੇ ਉਹ ਲਿਜਾ ਕੇ ਨਾ ਤੇ ਚੁਭਾਉਣ ਵਾਸਤੇ ਸਤਿਗੁਰੂ ਨੇ ਆਖਿਆ। ਤੇ ਜਦੋਂ ਸਿੱਖ ਲੈ ਕੇ ਗਿਆ ਤੇ ਉਹਨਾਂ ਨੇ ਰਾਮ ਰਾਏ ਜੀ ਵੀ ਸਮਾਧੀ ਵਿੱਚ ਬੈਠੇ ਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਵੀ ਉਹ ਜਾ ਕੇ ਕੰਧੂਈ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਤੇ ਰਾਮ ਰਾਏ ਜੀ ਦੇ ਚੁਭਾਈ ਉਹ ਤੜਕ ਕੇ ਉੱਠੇ। ਕੋਈ ਵੀ ਤਿੱਖੀ ਚੀਜ਼ ਜਦੋਂ ਸਰੀਰ ਨੂੰ ਚੁਭੇਗੀ ਤੇ ਇਨਸਾਨ ਡਰ ਕੇ ਤੜਕ ਕੇ ਉੱਠਦਾ, ਉਹ ਸਮਾਧੀ ਵਿੱਚੋਂ ਉੱਠੇ। ਉਹੀ ਕੰਧੂਈ ਜਾ ਕੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਨੂੰ ਉਹ ਲਾਉਂਦੇ ਨੇ, ਉਹ ਕਿਸੇ ਪ੍ਰਕਾਰ ਵੀ ਕੋਈ ਹਲਚਲ ਸਰੀਰ ਵਿੱਚ ਨਹੀਂ, ਮਤਲਬ ਇਕਾਗਰਤਾ ਇੰਨੀ ਕੁ ਸੀ ਵੀ ਬਾਹਰੀ ਤੌਰ ਉੱਤੇ ਕੀ ਕੁਝ ਵਰਤਿਆ ਜਿਹੜਾ ਆਪਾਂ ਅਵਸਥਾ ਕਹਿ ਸਕਦੇ ਹਾਂ ਵੀ ਗੁਰੂ ਅਰਜਨ ਸਾਹਿਬ ਨੇ ਆਪਣੇ ਤਨ ਉੱਤੇ ਹੰਡਾਉਂਦਿਆਂ ਇਸ ਗੱਲ ਦਾ ਪ੍ਰਗਟਾਵਾ ਕੀਤਾ ਸੀ ਵੀ ਸਰੀਰ ਗੁਰੂ ਨਹੀਂ ਹੈ। ਜਿਸ ਵਕਤ ਗੁਰੂ ਦਾ ਗਿਆਨ ਹਿਰਦੇ ਵਿੱਚ ਵਸ ਜਾਂਦਾ ਹੈ, ਗੁਰੂ ਜੋਤ ਹਿਰਦੇ ਵਿੱਚ ਟਿਕ ਜਾਂਦੀ ਹੈ ਤੇ ਫਿਰ ਗੁਰੂ ਜਿਹੜਾ ਉਹ ਸਰੀਰ ਤੋਂ ਉੱਪਰ ਉੱਠ ਜਾਂਦਾ ਤੇ ਉਹ ਬਾਹਰੀ ਤੌਰ ਉੱਤੇ ਸਰੀਰ ਨਾਲ ਕੋਈ ਮੋਹ ਨਹੀਂ, ਬਾਹਰੀ ਤੌਰ ਉੱਤੇ ਸਰੀਰ ਨਾਲ ਕੋਈ ਪਿਆਰ ਨਹੀਂ, ਸਰੀਰ ਦੀ ਉਪਰਾਮਤਾ ਜਿਹੜੀ ਉਹ ਤਤੀ ਤਵੀ ਉੱਤੇ ਬੈਠਿਆਂ ਵੀ ਸਰੀਰ ਨੂੰ ਕਸ਼ਟ ਨਹੀਂ ਦੇ ਸਕੇ। ਔਰ ਇਸੇ ਤਰ੍ਹਾਂ ਜਦੋਂ ਉਹ ਕੰਧੂਈ ਤੇ ਹੋਈ ਗਈ ਤੇ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਸਮਾਧੀ ਵਿੱਚ ਟਿਕੇ ਰਹੇ। ਇਸੇ ਤਰ੍ਹਾਂ ਇੱਕ ਵਾਰੀ ਦੋਵੇਂ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਔਰ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਗੁਰਬਾਣੀ ਦੀਆਂ ਪੋਥੀਆਂ ਤੋਂ ਬਾਣੀ ਪੜ੍ਹ ਰਹੇ ਨੇ। ਇੱਥੇ ਨਾ ਪ੍ਰਿੰਸੀਪਲ ਸਤਬੀਰ ਸਿੰਘ ਨੇ ਜ਼ਿਕਰ ਕੀਤਾ ਤੇ ਇਹਦਾ ਹੈਡਿੰਗ ਬਣਾਇਆ ਸੁਕੇ ਹਰੇ ਕੀ ਖਿੰਨ ਮਾਹੀ ਵੀ ਉਹ ਜਦੋਂ ਉਹਨਾਂ ਜ਼ਿਕਰ ਕੀਤਾ ਨਾ ਤੇ ਆ ਕੇ ਸਿੱਖ ਨੇ ਫਿਰ ਗੁਰੂ ਸਾਹਿਬ ਕੇ ਆਖਿਆ ਵੀ ਮਾਲਕ ਜੀ ਦੋਵੇਂ ਸਾਹਿਬਜ਼ਾਦੇ ਬਾਣੀ ਪੜ੍ਹ ਰਹੇ ਨੇ ਤੇ ਸਤਿਗੁਰੂ ਜੀ ਨੇ ਫਿਰ ਇੱਕ ਸੂਈ ਦਿੱਤੀ, ਕਹਿੰਦੇ ਵੀ ਜਿੰਨਾ ਜਿਸ ਪੀੜੇ ਦੇ ਉੱਤੇ ਰੱਖ ਕੇ ਬਾਣੀ ਦੀਆਂ ਪੋਥੀਆਂ ਸਾਹਿਬਜ਼ਾਦੇ ਪੜ੍ਹ ਰਹੇ ਨੇ ਨਾ ਉਹ ਜਾ ਕੇ ਇਹ ਸੂਈ ਉਹਦੇ ਵਿੱਚ ਝੁਬਾਉਣੀ ਕਰੋ। ਔਰ ਜਦੋਂ ਗਿਆ ਨਾ ਸਿੱਖ ਉਹਨਾਂ ਜਾ ਕੇ ਪਹਿਲਾਂ ਬਾਬਾ ਰਾਮ ਰਾਏ ਜੀ ਵਾਲੇ ਪਾਸੇ ਹੋਏ, ਜਿਸ ਪੀੜੇ ਉੱਤੇ ਪੋਥੀ ਰੱਖ ਕੇ ਉਹ ਪੜ੍ਹ ਰਹੇ ਸਨ ਉਸ ਪੀੜੇ ਉੱਤੇ ਸੂਈ ਜਦੋਂ ਝੁਬਾਈ ਤੇ ਨਾ ਚੁੱਭੀ। ਲੱਕੜ ਦੇ ਵਿੱਚ ਸੂਈ ਕਦੇ ਖੁੱਬਦੀ ਨਹੀਂ ਹੈ, ਉਹ ਨਾ ਚੁੱਭੀ ਤੇ ਇਸੇ ਤਰ੍ਹਾਂ ਫਿਰ ਜਿਹੜੀ ਕਿਰਿਆ ਉੱਥੇ ਜਾ ਕੇ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਜਾ ਕੇ ਕਰਦੇ। ਜਦੋਂ ਉਸ ਪੀੜੇ ਦੇ ਉੱਤੇ ਜਿੱਥੇ ਸਤਿਗੁਰੂ ਹਰਿ ਰਾਏ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪੋਥੀ ਰੱਖ ਕੇ ਬਾਣੀ ਪੜ੍ਹ ਰਹੇ ਨੇ ਤੇ ਜਦੋਂ ਉਹਦੇ ਵਿੱਚ ਸੂਈ ਖੁੱਬਈ ਗਈ ਤੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਵੀ ਸੂਈ ਖੁੱਬ ਗਈ, ਉਹਨੂੰ ਬਾਹਰ ਵੀ ਖਿੱਚ ਲਿਆ ਤੇ ਆ ਕੇ ਉਹਨਾਂ ਨੇ ਗੁਰੂ ਹਰਿ ਰਾਏ ਪਾਤਸ਼ਾਹ ਕੇ ਸਾਰੀ ਵਾਰਤਾ ਦੱਸੀ। ਸਤਿਗੁਰੂ ਜੀ ਨੇ ਉੱਥੇ ਜ਼ਿਕਰ ਕਰਦਿਆਂ ਆਖਿਆ ਵੀ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾਓ ਵੀ ਜਿਸ ਜਗ੍ਹਾ ਉੱਤੇ ਬੈਠ ਕੇ ਪੁੱਤਰ ਬਾਣੀ ਪੜ੍ਹ ਰਹੇ ਨੇ ਉਹ ਪੀੜੇ ਨੂੰ ਹਰਿਆ ਉਹਨਾਂ ਨੇ ਕੀਤਾ ਹੈ ਤੇ ਜਿਸ ਹਿਰਦੇ ਦੇ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬੋਲ ਪ੍ਰਭਾਵ ਪਾਉਣਗੇ ਕਿ ਉਹ ਹਿਰਦੇ ਸੁੱਕੇ ਹੋਏ ਨਾ ਹੋਣਗੇ। ਇਸ ਤਰੀਕੇ ਦੇ ਨਾਲ ਧੰਨ ਗੁਰੂ ਹਰਿ ਰਾਏ ਪਾਤਸ਼ਾਹ ਜੀ ਨੇ ਪਰਖ ਕਰਦਿਆਂ ਪ੍ਰੀਖਿਆ ਕਰ ਲੈਂਦਿਆਂ ਹੋਇਆਂ ਜਦੋਂ ਗੁਰੂ ਜੋਤ ਟਿਕਾਉਣ ਦੀ ਵਾਰੀ ਆਈ ਤੇ ਬਾਬਾ ਰਾਮ ਰਾਏ ਜੀ ਨੂੰ ਪਾਸੇ ਕਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਦਰ ਉਹਨਾਂ ਨੇ ਗੁਰੂ ਜੋਤ ਟਿਕਾਈ। ਫਿਰ ਬਾਬਾ ਧੀਰਮਲ ਜੀ ਵੀ ਆਏ, ਬਾਬਾ ਰਾਮ ਰਾਏ ਜੀ ਨੇ ਜਾ ਕੇ ਧੀਰਮਲ ਜੀ ਨਾਲ ਗੰਢ ਟੁੱਪ ਕੀਤੀ। ਉਹਨਾਂ ਨੇ ਆ ਕੇ ਗੁਰੂ ਹਰਿ ਰਾਏ ਸਾਹਿਬ ਜੀ ਕੋਲ ਆਪਣਾ ਜਿਹੜਾ
ਪੱਖ ਜਤਾਉਣ ਦੀ ਕੋਸ਼ਿਸ਼ ਕੀਤੀ। ਜਿਸ ਵਕਤ ਗੁਰੂ ਹਰਿਰਾਏ ਸਾਹਿਬ ਕੋਲ ਧੀਰਮਲ ਜੀ ਆਉਂਦੇ, ਮਾਲਕ ਨੇ ਬਿਨਾਂ ਕਿਸੇ ਵਿੰਗ ਵੱਲ ਤੋਂ ਉਹਨਾਂ ਨੂੰ ਸਵਾਲ ਕੀਤਾ ਵੀ ਜੋ ਤੁਹਾਡੇ ਅੰਦਰ ਹੈ ਉਹ ਪ੍ਰਗਟਾਓ। ਉਹਨਾਂ ਨੇ ਸਾਫ਼ ਸਪਸ਼ਟ ਲਫ਼ਜ਼ ਵਰਤੇ ਵੀ ਜਿਵੇਂ ਗੁਰੂ ਪਿਤਾ ਜੀ ਨੇ ਕੀਤਾ ਆਪ ਜੀ ਉਸ ਪ੍ਰਕਾਰ ਨਾ ਕਰੋ। ਆਪ ਜੀ ਜਿਹੜੀ ਗੁਰਤਾ ਗੱਦੀ ਹੈ ਇਹ ਰਾਮ ਰਾਏ ਜੀ ਨੂੰ ਦੇਣੀ ਕਰੋ, ਵੀ ਰਾਮ ਰਾਏ ਜੀ ਨੂੰ ਗੁਰਤਾ ਗੱਦੀ ਦਿਓ, ਕਿਉਂਕਿ ਔਰੰਗਜ਼ੇਬ ਉਹਦੇ ਹੱਥਾਂ ਵਿੱਚ ਵੀ ਹੈ ਤੇ ਉਹਦੇ ਪੱਖ ਵਿੱਚ ਵੀ ਹੈ। ਜੇ ਆਪ ਜੀ ਨੇ ਗੁਰਤਾ ਗੱਦੀ ਹਰਿਕ੍ਰਿਸ਼ਨ ਜੀ ਨੂੰ ਦੇ ਦਿੱਤੀ ਨਾ ਤੇ ਫਿਰ ਵਿਰੋਧ ਵੀ ਹੋਏਗਾ ਤੇ ਉਹਨੇ ਬਖੇੜਾ ਵੀ ਬਹੁਤ ਵੱਡਾ ਖੜਾ ਕਰ ਲੈਣਾ। ਤੇ ਧੰਨ ਗੁਰੂ ਹਰਿਰਾਏ ਸਾਹਿਬ ਨੇ ਬਿਨਾਂ ਕਿਸੇ ਖੌਫ ਤੋਂ ਔਰ ਨਿਡਰਤਾ ਦੇ ਨਾਲ ਆਖਿਆ ਸੀ ਵੀ ਗੁਰੂ ਜੋਤ ਕਿਸੇ ਦੀ ਨਿੱਜੀ ਨਹੀਂ ਹੈ, ਇਹ ਕਿਸੇ ਦੀ ਵਿਰਾਸਤ ਨਹੀਂ ਹੈ, ਇਹ ਸਿਰਫ ਉਹਦੇ ਅੰਦਰ ਹੀ ਟਿਕੇਗੀ ਜਿਹੜਾ ਇਹਨੂੰ ਸੰਭਾਲਣ ਦੇ ਕਾਬਿਲ ਹੈ ਤੇ ਜਿਹੜਾ ਇਹਦੇ ਯੋਗ ਹੈ। ਇਸ ਤਰੀਕੇ ਧੰਨ ਗੁਰੂ ਹਰਿਰਾਏ ਪਾਤਸ਼ਾਹ ਨੇ ਗੁਰੂ ਜੋਤ ਗੁਰੂ ਹਰਿਕ੍ਰਿਸ਼ਨ ਸਾਹਿਬ ਅੰਦਰ ਟਿਕਾਈ। ਮਲਕ ਪਾਤਸ਼ਾਹ ਨੇ ਉਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ। 3 ਸਾਲ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਸੰਗਤਾਂ ਵਿੱਚ ਵਿਚਰਦੇ ਨੇ ਤੇ ਉਹ ਜਦੋਂ 3 ਸਾਲਾਂ ਵਿੱਚ ਜਿਹੜਾ ਸਮਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਤੀਤ ਕੀਤਾ ਨਾ, ਸੰਗਤਾਂ ਨੇ ਸਤਿਗੁਰੂ ਜੀ ਕੋਲੋਂ ਬੜੀਆਂ ਖੁਸ਼ੀਆਂ ਬੜੀਆਂ ਰਹਿਮਤਾਂ ਲਈਆਂ। ਉਹੀ ਜਿਹੜੀ ਜੁਗਤ ਸੀ ਗੁਰੂ ਹਰਿਰਾਏ ਪਾਤਸ਼ਾਹ ਜੀ ਦੀ, ਉਸੇ ਜੁਗਤ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਜੀਵਨ ਅੰਦਰ ਅਪਣਾਉਂਦਿਆਂ ਸਿੱਖਾਂ ਨੂੰ ਉਪਦੇਸ਼ ਦਿੱਤਾ। ਜੋ ਬੋਲ ਕਦੇ ਪਿਤਾ ਜੀ ਦੇ ਸਨ ਉਹਨਾਂ ਬੋਲਾਂ ਨੂੰ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਮਾਉਂਦੇ ਨੇ। ਔਰ ਜਦੋਂ ਦਿੱਲੀ ਦੀ ਧਰਤੀ ਉੱਤੇ ਚੇਚਕ ਦੀ ਬਿਮਾਰੀ ਫੈਲਦੀ ਹੈ ਉਸ ਵਕਤ ਸਤਿਗੁਰੂ ਜੀ ਗਲੀਆਂ ਦੇ ਵਿੱਚ ਮਤਲਬ ਗਰਾਊਂਡ ਫਾਲ ਦੇ ਉੱਤੇ ਜਾ ਕੇ ਉਹਨਾਂ ਮਨੁੱਖਾਂ ਦੀ ਸੇਵਾ ਕਰਦੇ ਔਰ ਸੇਵਾ ਕਰਦਿਆਂ ਹੋਇਆਂ ਮਲਕ ਪਾਤਸ਼ਾਹ ਜੀ ਨੇ ਆਪਣੇ ਸਰੀਰ ਦਾ ਖਿਆਲ ਵੀ ਨਾ ਕੀਤਾ ਤੇ ਉਹੀ ਪਸਰੀ ਹੋਈ ਜਿਹੜੀ ਬਿਮਾਰੀ ਸੀ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਸਰੀਰ ਨੂੰ ਹੁੰਦੀ ਹੈ। ਤਕਰੀਬਨ 5 ਦਿਨਾਂ ਤੱਕ ਉਸ ਬਿਮਾਰੀ ਨੇ ਬੜਾ ਪ੍ਰਭਾਵ ਪਾਇਆ। ਉਸ ਤੋਂ ਬਾਅਦ ਵਿੱਚ ਸਤਿਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਮੁਖਾਰਬਿੰਦ ਤੋਂ ਵਚਨ ਕੀਤੇ ਬਾਬਾ ਬਸੇ ਗ੍ਰਾਮ ਬਕਾਲੇ। ਹੁਣ ਇੱਥੇ ਬਾਬਾ ਬਸੇ ਗ੍ਰਾਮ ਬਕਾਲੇ ਦੇ ਅਰਥ ਜਿਹੜੇ ਦੋ ਪ੍ਰਕਾਰ ਨਾਲ ਕੀਤੇ ਜਾਂਦੇ, ਇੱਕ ਤੇ ਗੁਰੂ ਤੇਗ ਬਹਾਦਰ ਸਾਹਿਬ ਹੈ ਹੀ ਬਾਬੇ ਨੇ ਤੇ ਦੂਜਾ ਗੁਰੂ ਜੋਤ ਨੂੰ ਵੀ ਟਿਕਾਉਣ ਵਾਸਤੇ ਸਾਹਿਬ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਲਫ਼ਜ਼ ਬਾਬਾ ਵਰਤ ਰਹੇ ਵੀ ਜਿਹੜੀ ਗੁਰੂ ਜੋਤ ਹੈ ਉਹ ਜਾ ਕੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਟਿਕਾਈ। ਉਹ ਤੋਂ ਪਹਿਲਾਂ ਖਿਆਲ ਰੱਖਿਓ ਬਾਬਾ ਬੁੱਢਾ ਜੀ ਦੀ ਵੰਸ਼ ਨੂੰ ਇਹ ਵਰ ਹੈ ਜਾਂ ਬਾਬਾ ਬੁੱਢਾ ਜੀ ਦੀ ਵੰਸ਼ ਨੇ ਹੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਗੁਰੂ ਜੋਤ ਦੇਣ ਦੀ ਨਿਭਾਈ। ਮਤਲਬ ਜਿੰਨੀ ਕਿਰਿਆ ਹੁੰਦੀ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੋਂ ਬਾਅਦ ਵਿੱਚ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਸਾਰੇ ਗੁਰੂ ਸਾਹਿਬਾਨਾਂ ਨੂੰ ਜਦੋਂ ਗੁਰੂ ਜੋਤ ਦਸਤਾਰਬੰਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੀ ਦਸਤਾਰਬੰਦੀ ਉਹ ਬਾਬਾ ਬੁੱਢਾ ਜੀ ਹੀ ਨਿਭਾਉਂਦੇ। ਬਾਬਾ ਬੁੱਢਾ ਜੀ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਨੇ ਨਿਭਾਉਣੀ ਸ਼ੁਰੂ ਕੀਤੀ, ਉਹ ਫਿਰ ਅਗਾਂਹ ਉਹਨਾਂ ਦੀ ਵੰਸ਼ ਹੀ ਚੱਲਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਗੁਰੂ ਜੋਤ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਟਿਕਾਉਣ ਦਾ ਜ਼ਿਕਰ ਕੀਤਾ ਨਾ, ਉਦੋਂ ਵੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਦੀ ਵੰਸ਼ ਨੂੰ ਹੀ ਮਿਲਦੀ ਹੈ ਔਰ ਉਹ ਜਾਣਦੇ ਨੇ ਵੀ ਗੁਰੂ ਜੋਤ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਹੈ। ਬਸ ਇਹ ਸੀ ਵੀ ਉਹਨਾਂ ਨੇ ਦਿੱਲੀ ਦੀ ਧਰਤੀ ਤੋਂ ਬਕਾਲੇ ਦੀ ਧਰਤੀ ਤੇ ਜਾਣ ਲੱਗਿਆ ਜਿਹੜਾ ਸਮਾਂ ਲੱਗਾ ਉਹਦੇ ਵਿੱਚ ਧੀਰਮਲ ਨੇ ਆਪਣਾ ਆਪਾ ਪ੍ਰਗਟਾਇਆ ਔਰ ਧੀਰਮਲ ਇੰਨਾ ਪਹੁੰਚੇਪਣ ਵਿੱਚ ਆ ਗਿਆ ਵੀ ਉਹਨੇ ਆਪਣਾ ਆਪਾ ਜਿਹੜਾ ਉਹਨੂੰ ਵੱਡਿਆਂ ਦੱਸਦਿਆਂ ਹੋਇਆਂ ਹਰ ਪਾਸੇ ਇਹ ਖਬਰ ਫੈਲਾਈ ਕਿ ਗੁਰੂ ਜੋਤ ਮੇਰੇ ਅੰਦਰ ਹੈ, ਗੁਰਤਾ ਗੱਦੀ ਦਾ ਮਾਲਕ ਮੈਂ ਆ ਤੇ ਮੇਰੇ ਅੱਗੇ ਹੀ ਆ ਕੇ ਸੰਗਤ ਸਿਰ ਝੁਕਾਵੇ, ਮੇਰੇ ਅੱਗੇ ਹੀ ਆ ਕੇ ਸੰਗਤ ਭੇਟਾਵਾਂ ਰੱਖੇ ਤੇ ਮੇਰੇ ਕੋਲੋਂ ਆ ਕੇ ਸੰਗਤ ਬਖਸ਼ਿਸ਼ਾਂ ਲਵੇ। ਸੰਗਤਾਂ ਭਰਮ ਕੇ ਕੁਝ ਕੁ ਮਨੁੱਖ ਚੱਲ ਕੇ ਜਾਂਦੇ ਕਿਉਂਕਿ 22 ਮੰਜੀਆਂ ਲਾ ਕੇ ਬਹਿ ਜਾਣਾ 22 ਮਨੁੱਖਾਂ ਦਾ ਸੁਭਾਵਿਕ ਜਿਹੀ ਬਾਤ ਹੈ ਵੀ ਮਨਾਂ ਅੰਦਰ ਭਰਮ ਜ਼ਰੂਰ ਪੈਦਾ ਹੋਏਗਾ, ਖਾਸ ਕਰਕੇ ਉਦੋਂ ਜਦੋਂ ਗੁਰੂ ਜੋਤ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਤੇ ਮਾਲਕ ਜੀ ਟਿਕ ਕੇ ਅਡੋਲ ਹੋ ਕੇ ਬਿਨਾਂ ਕਿਸੇ ਹਲਚਲ ਤੋਂ ਸਤਿਗੁਰੂ ਪਾਤਸ਼ਾਹ ਜੀ ਟਿਕੇ ਹੋਏ ਨੇ। ਇੱਥੋਂ ਤੱਕ ਇਤਿਹਾਸਕਾਰ ਜ਼ਿਕਰ ਕਰਦੇ ਵੀ ਮਾਲਕ ਜੀ ਨੇ ਕਦੇ ਵੀ ਕਿਸੇ ਨੂੰ ਨਾ ਆਖਿਆ ਵੀ ਗੁਰੂ ਜੋਤ ਮੇਰੇ ਅੰਦਰ ਹੈ। ਮਾਲਕ ਜੀ ਨੇ ਘੋੜੇ ਉੱਤੇ ਅਸਵਾਰ ਹੋ ਕੇ ਕਦੇ ਕਦੇ ਬਾਹਰ ਟਹਿਲਣ ਵੀ ਚਲੇ ਜਾਣਾ ਪਰ ਕਦੇ ਕਿਸੇ ਨੂੰ ਇਹ ਨਾ ਆਖਣਾ ਵੀ ਗੁਰੂ ਜੋਤ ਮੇਰੇ ਅੰਦਰ ਹੈ। ਉਹਨਾਂ 22 ਦੇ 22 ਮੰਜੀਦਾਰਾਂ ਨੇ ਜਿਹੜੇ ਆਪ ਬਣ ਕੇ ਬੈਠੇ ਗੁਰੂ, ਉਹਨਾਂ ਸਾਰਿਆਂ ਨੇ ਸਾਰੇ ਪਾਸੇ ਇਹ ਹਲਚਲ ਮਚਾਈ ਹੋਈ ਹੈ ਕਿ ਗੁਰੂ ਜੋਤ ਸਾਡੇ ਵਿੱਚ ਹੈ, ਜਿਸ ਕਰਕੇ ਮਨੁੱਖ ਜਿਹੜੇ ਉਹ ਭਰਮ ਕੇ ਉਹਨਾਂ ਕੋਲ ਜਾਂਦੇ ਵੀ ਨੇ। ਪਰ ਹੁਣ ਉਹ ਜਿਹੜੇ ਮਨੁੱਖ ਜਾ ਕੇ ਉਹਨਾਂ ਅੱਗੇ ਭੇਟਾਵਾਂ ਰੱਖਦੇ ਨੇ, ਵਸਤੂਆਂ ਰੱਖਦੇ ਨੇ ਤੇ ਉਹਨਾਂ ਦੇ ਅੱਗੇ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟਾਉਂਦੇ ਨੇ, ਉਹਨਾਂ ਕੋਲੋਂ ਬਦਲੇ ਵਿੱਚ ਵਸਤੂਆਂ ਤੇ ਮਿਲ ਜਾਂਦੀਆਂ ਨੇ, ਬਦਲੇ ਵਿੱਚ ਧਨ ਤੇ ਮਿਲ ਜਾਂਦਾ ਹੈ, ਬਦਲੇ ਵਿੱਚ ਹੋਰ ਪਦਾਰਥ ਤੇ ਮਿਲ ਜਾਂਦੇ ਨੇ, ਪਰ ਨਾ ਤੇ ਮਾਨਸਿਕ ਆਨੰਦ ਮਿਲਦਾ ਹੈ, ਨਾ ਜ਼ਿੰਦਗੀ ਵਿੱਚ ਪ੍ਰਸੰਨਤਾ ਤੇ ਨਾ ਖੁਸ਼ੀ ਮਿਲਦੀ ਹੈ। ਜਿਸ ਕਰਕੇ ਉਹ ਸਾਰੇ ਆਪਣੇ ਹਿਰਦੇ ਦੀਆਂ ਲਾਲਸਾਵਾਂ ਅਧੂਰੀਆਂ ਲੈ ਕੇ ਵਾਪਸ ਪਰਤਦੇ ਨੇ ਤੇ ਇੱਕ ਸੰਪੂਰਨ ਗੁਰੂ ਜੀ ਨੂੰ ਮਿਲਣ ਦੀ, ਸੰਪੂਰਨ ਗੁਰੂ ਦੇ ਦਰਸ਼ਨਾਂ ਦੀ ਲਾਲਸਾ ਹਿਰਦੇ ਵਿੱਚ ਲੈ ਕੇ ਬੈਠੇ। ਹਾਂ ਕਿਤੇ ਕਿਤੇ ਤੇ ਇਤਿਹਾਸਕਾਰ ਇਹ ਵੀ ਜ਼ਿਕਰ ਕਰਦੇ ਵੀ ਕਈਆਂ ਨੇ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਲਈ ਵੀ ਇਹ ਲਫ਼ਜ਼ ਵਰਤਣੇ ਸ਼ੁਰੂ ਕਰ ਲਏ ਵੀ ਇਹ ਵੀ ਸੋਢੀ ਵੰਸ਼ ਦੇ ਵਿੱਚੋਂ ਹੈ, ਇਹ ਵੀ ਕਿਤੇ ਉਹਨਾਂ ਦੇ ਵਾਂਗੂ ਹੀ ਆਪਣਾ ਆਪਾ ਪ੍ਰਗਟਾਉਣ ਦੇ ਲਈ ਆਪਣੇ ਆਪ ਨੂੰ ਗੁਰੂ ਨਾ ਅਖਵਾਏ। ਇੱਥੋਂ ਤੱਕ ਵੀ ਲਫ਼ਜ਼ ਇਤਿਹਾਸਕਾਰਾਂ ਵਰਤੇ। ਪਰ ਖੈਰ ਉਹ ਤੋਂ ਬਾਅਦ ਵਿੱਚ ਜਿਹੜੀ ਸਾਰੀ ਘਟਨਾ ਵਰਤਦੀ ਹੈ ਕਿਉਂਕਿ ਮਾਤਾ ਨਾਨਕੀ ਜੀ ਜਿਹੜੇ ਉਹ ਵੀ ਹੁਣ ਚਿੰਤਾਤੁਰ ਨੇ, ਉਹਨਾਂ ਨੇ ਵੀ ਆਪਣੇ ਪੁੱਤਰ ਨੂੰ ਕਹਿਣਾ ਸ਼ੁਰੂ ਕੀਤਾ ਵੀ ਪੁੱਤਰ ਜੀ ਜਿਸ ਪ੍ਰਕਾਰ ਆਪ ਜੀ ਵਿਚਰ ਰਹੇ ਹੋ ਇਸ ਪ੍ਰਕਾਰ ਨਹੀਂ, ਗੁਰਤਾ ਗੱਦੀ ਦੀ ਜ਼ਿੰਮੇਵਾਰੀ ਤੁਹਾਨੂੰ ਵੀ ਪਤਾ ਵੀ ਤੁਹਾਡੇ ਉੱਤੇ ਹੈ ਤੇ ਸੰਗਤਾਂ ਗੁਰੂ ਦੀ ਲਾਲਸਾ ਗੁਰੂ ਕੇ ਦਰਸ਼ਨਾਂ ਵਾਸਤੇ ਤਰਫ ਰਹੀਆਂ ਨੇ, ਵਿਲਕ ਰਹੀਆਂ ਤੇ ਆਪ ਦੀ ਸੰਗਤਾਂ ਨੂੰ ਦਰਸ਼ਨ ਤੇ ਦੀਦਾਰ ਬਖਸ਼ੋ। ਕਈ ਨਾਮੀ ਗੁਰਸਿੱਖਾਂ ਨੂੰ ਬੁਲਾ ਕੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਅਰਜ਼ੋਈ ਵੀ ਕਰਦੇ। ਉਹ ਤੋਂ ਬਾਅਦ ਸਾਰੀ ਘਟਨਾ ਵਰਤਦੀ ਹੈ ਜਿਹੜੀ ਮੱਖਣ ਸ਼ਾਹ ਲੋਬਾਣਾ ਜੀ ਆ ਕੇ ਬਤਾਉਂਦੇ। ਫਿਰ ਉਹਨਾਂ ਨੇ ਸਾਰਿਆਂ ਦੀ ਪਰਖ ਕਰਦਿਆਂ ਹੋਇਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਆ ਕੇ ਵੀ ਉਸੇ ਤਰ੍ਹਾਂ ਪ੍ਰੀਖਿਆ ਲੈਂਦਿਆਂ ਹੋਇਆਂ 2 ਮੋਹਰਾਂ ਰੱਖ ਕੇ ਤੇ ਨਮਸਕਾਰ ਕਰਕੇ ਉੱਥੋਂ ਜਦੋਂ ਤੁਰਨ ਲੱਗਦੇ ਸਾਹਿਬ ਦੀ ਆਵਾਜ਼ ਮਾਰ ਕੇ ਆਖਦੇ ਵੀ ਜਿਹੜੀਆਂ ਸਾਡੀਆਂ ਬਾਕੀ ਮੋਹਰਾਂ ਉਹ ਸਾਡੇ ਅੱਗੇ ਅਰਪਣ ਕਰੋ। ਤੇ ਜਦੋਂ ਮਾਲਕ ਪਾਤਸ਼ਾਹ ਜੀ ਇਹ ਲਫ਼ਜ਼ ਵਰਤਦੇ ਤੇ ਉਸ ਤੋਂ ਬਾਅਦ ਵਿੱਚ ਮੱਖਣ ਸ਼ਾਹ ਲੋਬਾਣਾ ਜੀ ਛੱਤ ਉੱਤੇ ਚੜ੍ਹ ਕੇ ਫਿਰ ਰੌਲਾ ਪਾਉਂਦੇ ਨੇ ਗੁਰੂ ਲਾਧ ਹੋ ਰਹੇ, ਗੁਰੂ ਲਾਧ ਹੋ ਰਹੇ। ਫਿਰ ਉਹ ਗੁਰੂ ਜੋਤ ਜਿਹੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਟਿਕਾਈ, ਉਹਦਾ ਪ੍ਰਗਟਾਵਾ ਹੋਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਦੇ, ਸਿੱਖੀ ਦਾ ਪ੍ਰਚਾਰ ਕਰਦੇ, ਵੱਖ-ਵੱਖ ਧਰਮ ਅਸਥਾਨਾਂ ਦੇ ਉੱਤੇ, ਤੀਰਥ ਅਸਥਾਨਾਂ ਦੇ ਉੱਤੇ ਜਾ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਔਰ ਉਪਦੇਸ਼ ਦਿੰਦਿਆਂ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਭੈ ਵਿੱਚ ਰਹਿਣ ਦੀ ਪ੍ਰੇਰਨਾ ਦਿੰਦੇ ਨੇ। ਬਾਕੀ ਔਰੰਗਜ਼ੇਬ ਦੇ ਭੈ ਤੋਂ ਪਾਸੇ ਹੋ ਕੇ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦਿਆਂ ਹੋਇਆਂ ਸਤਿਗੁਰੂ ਜੀ ਅਕਾਲ ਪੁਰਖ ਦੇ ਭੈ ਵਿੱਚ ਰਹਿਣ ਦੀ ਜਾਚ ਸਿਖਾਉਂਦੇ ਔਰ ਦੂਜਿਆਂ ਦੇ ਲਈ ਆਪਣਾ ਆਪ ਕੁਰਬਾਨ ਕਰਨ ਦੀ ਪ੍ਰੇਰਨਾ ਫਿਰ ਸਤਿਗੁਰੂ ਜੀ ਦੱਸਦੇ ਸਿਖਾਉਂਦੇ। ਜਾਂ ਇਉਂ ਕਹਿ ਲਓ ਵੀ ਮਾਲਕ ਜੀ ਨੇ ਆਪਣੇ ਪਿੰਡੇ ਉੱਤੇ ਹੰਢਾ ਕੇ ਸਾਨੂੰ ਸਿਖਾਇਆ, ਸਾਡੇ ਲਈ ਪੂਰਨੇ ਪਾਏ। ਆਪਣਿਆਂ ਲਈ ਹਰ ਕੋਈ ਮਰਦਾ ਹੈ ਪਰ ਬੇਗਾਨਿਆਂ ਲਈ ਮਰਨ ਵਾਲਾ ਕੋਈ ਟਾਵਾਂ ਹੁੰਦਾ ਹੈ। ਆਪਣਿਆਂ ਲਈ ਹਰ ਕੋਈ ਕੁਰਬਾਨ ਹੋ ਜਾਂਦਾ ਹੈ, ਬੇਗਾਨਿਆਂ ਲਈ ਮਰਨ ਵਾਲਾ ਆਮ ਨਹੀਂ ਹੁੰਦਾ। ਤੇ ਜਿਹੜਾ ਬੇਗਾਨਿਆਂ ਲਈ ਮਰਦਾ ਹੈ ਬਾਤਾਂ ਵੀ ਉਹਨਾਂ ਦੀਆਂ ਪੈਂਦੀਆਂ ਨੇ, ਆਪਣਿਆਂ ਨੂੰ ਮਰਨ ਵਾਲੇ, ਆਪਣਿਆਂ ਲਈ ਮਰਨ ਵਾਲਿਆਂ ਨੂੰ ਦੁਨੀਆ ਅਕਸਰ ਭੁੱਲ ਜਾਂਦੀ ਹੈ। ਖੈਰ ਇਸ ਪ੍ਰਕਾਰ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਫਿਰ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋ ਕਰਕੇ ਮਾਲਕ ਪਾਤਸ਼ਾਹ ਜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ। ਉਦੋਂ ਤੱਕ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਤਿਗੁਰੂ ਜੀ ਗੁਰਤਾ ਗੱਦੀ ਦੀ ਦਾਤ ਨਹੀਂ ਬਖਸ਼ ਦਿੰਦੇ, ਫਿਰ ਮਾਲਕ ਪਾਤਸ਼ਾਹ ਜੀ ਬਾਣੀ ਦੇ ਨਾਲ ਜੁੜਦਿਆਂ ਹੋਇਆਂ ਆਪਣੇ ਮੁਖਾਰਬਿੰਦ ਤੋਂ 15 ਰਾਗਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ 57 ਸ਼ਲੋਕ ਸਤਿਗੁਰੂ ਜੀ ਉਚਾਰ ਕੇ ਬਾਣੀ ਵਿੱਚ ਵੀ ਵਾਧਾ ਕਰਦੇ ਔਰ ਸੰਗਤਾਂ ਨੂੰ ਉਪਦੇਸ਼ ਦੇ ਕੇ ਸਤਿਗੁਰੂ ਜੀ ਨਿਵਾਜਦੇ ਨੇ। ਮਾਲਕ ਪਾਤਸ਼ਾਹ ਕਿਰਪਾ ਕਰਨ ਕਿਤੇ ਸਾਨੂੰ ਵੀ ਸਤਿਗੁਰੂ ਜੀ ਆਪਣੇ ਪਾਏ ਪੂਰਨਿਆਂ ਦੇ ਉੱਤੇ ਚੱਲਣ ਦੀ ਸਮਰੱਥਾ ਬਖਸ਼ਣ। ਮਾਲਕ ਦੇ ਦਰਸਾਈ ਮਾਰਗਾਂ ਤੇ ਚੱਲਦਿਆਂ ਹੋਇਆਂ ਸਾਡੇ ਵੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹੱਕ ਆਪੇ ਮੇਲੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।